हाँ जी भी सारे जने फटाफट लाइव आ जाओ भी। कोई टैक्नीकल इशू आ गया सी इस करके क्लास नूं विच ही छड्डना पिया। ये अपने हथ विच नहीं गा है ना। ये अपने हथ दे विच नहीं गा। रसदीप चहल जी हाँ जी ठीक है जी बहुत वधिया। चलो ये मान लो भी अपनी स्टार्ट आप हुणे करांगे क्लास ठीक है नो टेंशन। चलो जी ਆਪਾਂ ਜਿਹੜਾ ਸਟਾਰਟਿੰਗ ਕੀਤਾ ਸੀ ਉਹ ਇਹ ਕੀਤਾ ਸੀਗਾ ਸਟਾਰਟਿੰਗ ਤੋਂ ਕਿ ਆਪਣੇ ਕੋਲੇ ਟੋਟਲ ਜਦੋਂ ਵੀ ਆਪਾਂ ਪਿੰਨ ਕਰਾਂਗੇ ਪਿੰਨ ਦੇ ਵਿੱਚ ਆਪਾਂ ਨੂੰ ਸਿਰਫ ਇੱਕ ਹੀ ਗੱਲ ਦੱਸਣੀ ਹੈ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਔਰ ਉਹੀ ਆਪਾਂ ਕਰ ਰਹੇ ਸੀਗੇ ਕਿ ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਇੱਕ ਅੰਸ਼ ਤੇ ਇੱਕ ਹਰ। ਜਿਹੜਾ ਅੰਸ਼ ਹੁੰਦਾ ਹੈ ਉਹਨੂੰ ਬੋਲਦੇ ਆ ਨਿਊਮੀਨੇਟਰ ਔਰ ਜਿਹੜਾ ਹਰ ਹੁੰਦਾ ਹੈ ਉਹਨੂੰ ਕੀ ਬੋਲਦੇ ਆ ਡਿਨੋਮੀਨੇਟਰ। ਔਰ ਥੱਲੇ ਵਾਲਾ ਜਿਹੜਾ ਹਿੱਸਾ ਹੁੰਦਾ ਹੈ ਉਹਨੂੰ ਟੋਟਲ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ ਟੋਟਲ। ਇਜ਼ ਦੈਟ ਕਲੀਅਰ ਸਾਰਿਆਂ ਨੂੰ। ਫਿਰ ਆਪਾਂ ਗੱਲ ਕੀਤੀ ਕਿ ਭਿੰਨ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਉੱਪਰ ਅੱਖਰ ਇੱਕ ਥੱਲੇ। ਜਿਹੜਾ ਉੱਪਰ ਵਾਲਾ ਹੋਏਗਾ ਉਹਨੂੰ ਅੰਸ਼ ਥੱਲੇ ਵਾਲੇ ਨੂੰ ਹਰ। ਫਿਰ ਉਸ ਤੋਂ ਬਾਅਦ ਆਪਾਂ ਆ ਗੱਲਾਂ ਕੀਤੀਆਂ ਸੀਗੀਆਂ ਜਿਵੇਂ ਆਪਣੇ ਕੋਲੇ ਆ ਦੇਖੋ ਦੋ ਖਾਲੀ ਥਾਂ ਹੈ ਰੈੱਡ ਕਲਰ ਦੇ ਤਾਂ ਆਪਾਂ ਕਿਹਾ ਦੋ ਕਿੰਨਿਆਂ ਵਿੱਚੋਂ ਨੇ ਪੰਜ ਵਿੱਚੋਂ ਤੇ ਪੰਜ ਵਿੱਚੋਂ ਦੋ ਯਾਨੀ ਥੱਲੇ ਵਾਲਾ ਹਿੱਸਾ ਟੋਟਲ ਉੱਪਰ ਵਾਲਾ ਹਿੱਸਾ ਇਹ। ਆਪਾਂ ਆ ਕੁਐਸਚਨ ਕਰ ਰਹੇ ਸੀ ਸਾਰੇ ਜਣੇ। ਚਲੋ ਜੀ ਇਹਨੇ ਕੀ ਕਿਹਾ ਜਦੋਂ ਵੀ ਭਿੰਨ ਵਾਲੀ ਗੱਲ ਆਏਗੀ ਤੇ ਭਿੰਨ ਦੇ ਵਿੱਚ ਤੁਹਾਨੂੰ ਸਿਰਫ ਇੱਕ ਹੀ ਗੱਲ ਯਾਦ ਰੱਖਣੀ ਹੈ ਸਾਰਿਆਂ ਨੂੰ ਕਿ ਜਦੋਂ ਵੀ ਆਪਾਂ ਨੂੰ ਪੁੱਛਿਆ ਜਾਏਗਾ ਕਿਹੜਾ ਭਿੰਨ ਸਭ ਤੋਂ ਵੱਡਾ ਹੈ ਕਿਹੜਾ ਭਿੰਨ ਸਭ ਤੋਂ ਛੋਟਾ ਹੈ ਇਹ ਚੀਜ਼ ਪੁੱਛੀ ਜਾਏਗੀ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜਾ ਹਰ ਹੈ ਉਹਨੂੰ ਤਾਂ ਉੱਪਰ ਲਿਖਣਾ ਹੈ। ਆ ਦੇਖੋ 7 4 7 ਤੇ ਉਸ ਤੋਂ ਬਾਅਦ 5 ਔਰ ਉਸ ਤੋਂ ਬਾਅਦ ਜਿਹੜਾ ਥੱਲੇ ਹੈ ਨਾ ਥੱਲੇ ਕੀ ਕਰਨਾ ਹੈ ਇਹਨਾਂ ਦਾ ਡਿਫਰੈਂਸ ਲਿਖਣਾ ਹੈ ਤੁਸੀਂ ਥੱਲੇ ਅੰਸ਼ ਤੇ ਹਰ ਦਾ। 7 ਚੋਂ 2 ਗਿਆ 5 4 ਚੋਂ 3 ਗਿਆ 1 7 ਚੋਂ 5 ਗਿਆ 2 ਤੇ 5 ਚੋਂ 2 ਗਏ 3। ਆ ਗਈ ਗੱਲ ਸਮਝ ਚ। ਯਾਨੀ ਤੁਹਾਨੂੰ ਇਹਨਾਂ ਦਾ ਅੰਤਰ ਲੈਣਾ ਹੈ ਬਸ ਹੋਰ ਕੁਝ ਨਹੀਂ ਕਰਨਾ। ਅੰਤਰ ਲੈ ਕੇ ਭਾਗ ਦੇ ਦਿਓ ਕਿੰਨਾ ਆ ਗਿਆ 1.4 4 3.5 ਤੇ 1.6। ਇੰਨੀ ਗੱਲ ਸਮਝ ਆ ਗਈ ਸਾਰਿਆਂ ਨੂੰ। ਇੱਥੋਂ ਤੱਕ ਦੱਸੋ ਵੀ ਇੱਥੋਂ ਤੱਕ ਸਮਝ ਆ ਗਿਆ ਸਾਰਿਆਂ ਨੂੰ। ਬਹੁਤ ਵਧੀਆ। ਹੁਣ ਦੇਖੋ ਆਪਣਾ ਉੱਤਰ ਕੀ ਆਏਗਾ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆ 1.4 ਹੈ ਆ 4 ਹੈ ਆ 3.5 ਹੈ ਤੇ ਇਹ 1.6 ਹੈ। ਜੇ ਮੈਂ ਤੁਹਾਨੂੰ ਕਹਾਂ ਕਿ ਸਰ ਸਭ ਤੋਂ ਛੋਟੀ ਕਿਹੜੀ ਹੈ ਤਾਂ ਤੁਸੀਂ ਕਹੋਗੇ 1/4 ਯਾਨੀ 1.4 1.4 ਕਹੋਗੇ ਨਾ ਸਭ ਤੋਂ ਛੋਟੀ 1.4 1.4 ਦਾ ਮਤਲਬ ਕੀ ਹੈ 1.4 ਦਾ ਮਤਲਬ ਹੈ ਜੀ ਸਰ 2/7 ਯਾਨੀ ਸਭ ਤੋਂ ਛੋਟੀ ਜਿਹੜੀ ਹੈ ਛੋਟੀ ਪਿੰਨ ਹੈ ਉਹ 2/7 ਹੈ। ਅੱਛਾ ਉਸ ਤੋਂ ਥੋੜੀ ਜਿਹੀ ਵੱਡੀ ਕਿਹੜੀ ਹੈ 1.6 ਯਾਨੀ 2/5। ਉਸ ਤੋਂ ਵੱਡੀ ਕਿਹੜੀ ਹੈ ਸਰ 3.5 ਯਾਨੀ 5/7 ਤੇ ਸਭ ਤੋਂ ਵੱਡੀ ਕਿਹੜੀ ਹੈ ਸਭ ਤੋਂ ਵੱਡੀ ਆ 4 ਯਾਨੀ 3/4 ਯਾਨੀ ਆਪਣਾ ਜਿਹੜਾ ਆਨਸਰ ਆਏਗਾ ਉਹ ਕਿੰਨਾ ਆਏਗਾ 3/4। ਦੱਸੋ ਵੀ ਸਾਰੇ ਜਣੇ ਆਇਆ ਸਮਝ ਵਿੱਚ ਕਿ ਨਹੀਂ ਆਇਆ। ਇਹ ਸਭ ਤੋਂ ਬੈਸਟ ਤਰੀਕਾ ਹੈ ਪੇਪਰ ਦੇ ਵਿੱਚ ਇਸ ਕੁਐਸਚਨ ਨੂੰ ਹੱਲ ਕਰਨ ਦਾ। ਤੁਹਾਡੇ ਪੇਪਰ ਦੇ ਵਿੱਚ ਵੀ ਇਹੋ ਜਿਹਾ ਕੁਐਸਚਨ ਇੱਕ ਪੱਕਾ ਆਏਗਾ 101%। 101% ਤੁਹਾਡੇ ਪੇਪਰ ਦੇ ਵਿੱਚ ਵੀ ਇਹੋ ਜਿਹਾ ਕੁਐਸਚਨ ਪੱਕਾ ਆਏਗਾ। ਫਟਾਫਟ ਦੱਸੋ ਵੀ ਸਾਰੇ ਜਣੇ ਕਲੀਅਰ ਹੋਇਆ। ਸਮਝ ਆ ਗਿਆ ਬਹੁਤ ਵਧੀਆ। ਹੁਣ ਦੇਖੋ ਸਾਰੇ ਜਣੇ ਜਿਹੜੀ ਚੀਜ਼ ਤੁਹਾਨੂੰ ਦੱਸਣੀ ਹੈ ਪੇਪਰ ਦੇ ਵਿੱਚ ਦੇਖੋ ਤੁਸੀਂ ਇਹਦੇ ਵਿੱਚ ਕਈ ਤਰੀਕੇ ਨਿਯਮ ਲਾਉਣੇ ਹੋ। ਕਈ ਕਹਿੰਦੇ ਆ ਸਰ ਇਹਨੂੰ ਸਰ ਅਸੀਂ 100 ਦੇ ਨਾਲ ਮਲਟੀਪਲਾਈ ਕਰ ਦਾਂਗੇ 100 ਦੇ ਨਾਲ ਮਲਟੀਪਲਾਈ ਕਰੋਗੇ ਤੁਸੀਂ ਆਪ ਹਿਸਾਬ ਲਾਓ 200/7 ਕਰਨਾ ਪਏਗਾ 300/4 ਕਰਨਾ ਪਏਗਾ। ਕਿਉਂ ਟਾਈਮ ਖਰਾਬ ਕਰੀਏ ਜਦੋਂ ਨਿਯਮ ਆਪਾਂ ਨੂੰ ਪਤਾ ਹੈ ਕਿ ਥੱਲੇ ਵਾਲਾ ਉੱਪਰ ਔਰ ਦੋਨਾਂ ਦਾ ਅੰਤਰ ਥੱਲੇ। ਚਲੋ ਜੀ ਇਹੋ ਜਿਹਾ ਇੱਕ ਕੁਐਸਚਨ ਤੁਹਾਨੂੰ ਦਿੰਨਾ ਸਾਰਿਆਂ ਨੂੰ ਮੈਂ ਇਹੋ ਜਿਹਾ ਕੁਐਸਚਨ ਦੇਖਦੇ ਹਾਂ ਤੁਸੀਂ ਉੱਤਰ ਦਿੰਦੇ ਹੋ ਕਿ ਨਹੀਂ ਦਿੰਦੇ। ਠੀਕ ਹੈ ਜੀ ਪਹਿਲਾ ਕੁਐਸਚਨ 7/10
3/5 11/15 दसो ਇਹਦੇ ਵਿੱਚ ਸਭ ਤੋਂ ਵੱਡਾ ਕਿਹੜਾ ਹੈ? ਸਭ ਤੋਂ ਵੱਡਾ ਸਭ ਤੋਂ ਵੱਡਾ ਹਾਂਜੀ ਤੁਹਾਨੂੰ ਕੀ ਕਰਨਾ ਸੀਗਾ ਆਹ ਚੀਜ਼ ਉੱਪਰ ਲਿਖਣੀ ਹੈ 10 5 ਤੇ 15 ਫਿਰ ਕੀ ਕਰਨਾ ਹੈ ਤੁਸੀਂ ਇਹਨਾਂ ਦਾ ਡਿਫਰੈਂਸ ਕਿੰਨਾ ਆਇਆ 3 ਇਹਦਾ ਡਿਫਰੈਂਸ 2 ਤੇ ਇਹਦਾ ਡਿਫਰੈਂਸ 4 ਆ ਲਓ ਜੀ 3 ਤੀਏ 9 ਠੀਕ ਹੈ ਜੀ 3 ਤੀਏ 9 ਹੋ ਗਿਆ ਔਰ ਪਿੱਛੇ ਰਹਿ ਗਿਆ 1 यानी इधर था 3.3.333 आएगा इधर कितना आएगा 2.5 इधर कितना आएगा 4 तीय 12 पिछे रह गए 3 4 7 28 3.7 मैं ਤੁਹਾਨੂੰ ਪੁੱਛਿਆ ਸਭ ਤੋਂ ਵੱਡੀ ਰਕਮ ਕਿਹੜੀ ਹੈ ਸਭ ਤੋਂ ਵੱਡੀ ਰਕਮ ਤੁਹਾਨੂੰ ਕਿਹੜੀ ਦਿਖ ਰਹੀ ਹੈ 3.70 ਹੀ ਦਿਖ ਰਹੀ ਹੈ ਨਾ 3.70 ਦਿਖ ਰਹੀ ਹੈ ਤਾਂ ਆਪਣਾ ਆਨਸਰ ਕੀ ਆਏਗਾ 11/15 ਕੀ ਆਏਗਾ 11/15 ਸਭ ਤੋਂ ਵੱਡੀ 11/15 ਸਭ ਤੋਂ ਛੋਟੀ ਕਿਹੜੀ ਆਏਗੀ 3/5 ਤੇ ਉਸ ਤੋਂ ਬਾਅਦ ਵੱਡੀ ਕਿਹੜੀ ਹੈ 3.33 ਬਹੁਤ ਵਧੀਆ ਹਾਂਜੀ ਹੁਣ ਕਈ ਬੱਚੇ ਕਹਿਣਗੇ ਸਰ ਇਹਦੇ ਵਿੱਚ ਇੱਕ ਨਿਯਮ ਆ ਵੀ ਲੱਗ ਰਿਹਾ ਹੈ ਆ ਵੀ ਦੇਖ ਲਓ ਦੱਸ ਦਿਨਾ ਮੈਂ ਆ ਦੇਖੋ 3/5 7/10 ਤੇ 11/15 ਇਹਨਾਂ ਨੂੰ ਦੇਖੋ ਐਵੇਂ ਰੱਖੋ ਇਹਦੇ ਵਿੱਚ ਕਿੰਨੇ ਦਾ ਅੰਤਰ ਹੈ 4 ਦਾ ਇਹਦੇ ਵਿੱਚ ਵੀ ਕਿੰਨੇ ਦਾ ਅੰਤਰ ਹੈ 4 ਦਾ ਇਹਦੇ ਵਿੱਚ ਕਿੰਨੇ ਦਾ ਅੰਤਰ ਹੈ 5 ਦਾ ਇਹਦੇ ਵਿੱਚ ਕਿੰਨੇ ਦਾ ਅੰਤਰ ਹੈ 5 ਦਾ ਯੈਸ ਹਾਂਜੀ ਹਾਂਜੀ ਉਹੀ ਟੌਪਿਕ ਹੈ ਆ ਦੇਖੋ ਤੁਸੀਂ ਇਸ ਤਰੀਕੇ ਨਾਲ ਕਰੋਗੇ ਤਾਂ ਵੀ ਦੇਖੋ ਆਪਾਂ ਨੂੰ ਪਤਾ ਲੱਗ ਗਿਆ 11/15 ਮੈਂ ਇਸੇ ਕਰਕੇ ਤੁਹਾਨੂੰ ਸਭ ਤੋਂ ਪਹਿਲਾਂ ਆਹੀ ਦੱਸਿਆ ਮੈਂ ਕਿਉਂ ਦੱਸਿਆ ਕਿਉਂਕਿ ਪੇਪਰ ਦੇ ਵਿੱਚ ਕੋਈ ਸ਼ੋਰ ਨਹੀਂਗਾ ਕਿ ਡਿਫਰੈਂਸ ਸੇਮ ਆ ਜਾਏ ਜਾਂ ਡਿਫਰੈਂਸ ਸੇਮ ਨਾ ਆਵੇ ਐਵੇਂ ਦਾ ਕੋਈ ਫਿਕਸ ਨਹੀਂਗਾ ਇਸ ਕਰਕੇ ਤੁਸੀਂ ਇਹੀ ਚਾਲ ਚੱਲਣੀ ਹੈ ਇੱਕ ਚਾਲ ਸਿੱਖੋ ਸਾਰੇ ਕੁਐਸਚਨ ਇਸੇ ਚਾਲ ਨਾਲ ਹੋਣਗੇ ਬਟ ਜੇ ਤੁਸੀਂ ਸਿੱਖ ਸਕਦੇ ਹੋ ਕੁਝ ਐਕਸਟਰਾ ਸਿੱਖ ਸਕਦੇ ਹੋ ਧਿਆਨ ਨਾਲ ਵੇਖੋ ਜਦੋਂ ਅੰਸ਼ ਤੇ ਹਰ ਦੇ ਵਿੱਚ ਅੰਤਰ ਸੇਮ ਹੋਵੇ ਜਦੋਂ ਅੰਸ਼ ਤੇ ਹਰ ਦੇ ਵਿੱਚ ਅੰਤਰ ਸੇਮ ਹੋਵੇ ਤਾਂ ਤੁਸੀਂ ਯਾਦ ਰੱਖਣਾ ਵੱਡੀ ਮਤਲਬ ਵੱਡੀ ਤੇ ਛੋਟੀ ਮਤਲਬ ਛੋਟੀ ਆ ਦੇਖੋ ਇਹਨਾਂ 'ਚ ਸਭ ਤੋਂ ਵੱਡੀ ਰਕਮ ਕੀ ਹੈ 11 ਇਹਦੇ 'ਚ ਸਭ ਤੋਂ ਵੱਡੀ ਕੀ ਹੈ 15 ਤੇ ਇਹ ਸਭ ਤੋਂ ਵੱਡੀ ਰਕਮ ਹੋ ਗਈ ਇਹ ਸਭ ਤੋਂ ਕੀ ਹੋਗੀ ਵੱਡੀ ਛੋਟੀ ਕਿਹੜੀ ਹੋ ਜਾਏਗੀ 3/5 ਔਰ ਵਿਚਾਲੜੀ ਕਿਹੜੀ ਹੋ ਜਾਏਗੀ 7/10 ਯੈਸ ਔਰ ਨੋ ਦੱਸੋ ਵੀ ਆ ਗਿਆ ਸਮਝ ਵਿੱਚ ਸਾਰਿਆਂ ਨੂੰ ਗੱਲ ਵਾਲੀ ਮੈਂ ਇਸੇ ਕਰਕੇ ਇਹ ਦੱਸਣਾ ਨਹੀਂ ਚਾਹੁੰਦਾ ਕਿਉਂ ਨਹੀਂ ਦੱਸਣਾ ਚਾਹੁੰਦਾ ਕਿਉਂਕਿ ਫਿਰ ਬੱਚਾ ਇੱਕ ਨਵਾਂ ਨਿਯਮ ਹੋਰ ਸਿੱਖੇਗਾ ਬਟ ਜੇ ਤੁਹਾਨੂੰ ਆ ਨਿਯਮ ਯਾਦ ਹੈ ਔਰ ਆ ਨਿਯਮ ਸਿੱਖ ਗਏ ਤਾਂ ਫਿਰ ਜਿਹੋ ਜਿਹਾ ਮਰਜ਼ੀ ਕੁਐਸਚਨ ਆ ਜਾਏ ਸਾਰਿਆਂ ਦੇ ਵਿੱਚ ਇਹੀ ਲੱਗੇਗਾ ਠੀਕ ਹੈ ਜੀ ਚਲੋ ਜੀ ਇੱਕ ਕੁਐਸਚਨ ਤੁਹਾਨੂੰ ਹੋਰ ਪੁੱਛਦਾ ਮੈਂ ਵਧੀਆ ਜਾ ਦੱਸਣਾ ਸਾਰੇ ਜਣੇ 3/5 2/3 3/4 ਦੱਸੋ ਵੱਡੀ ਕਿਹੜੀ ਹੈ ਕੋਈ ਗੱਲ ਨਹੀਂ ਨੇਹਾ ਤੁਸੀਂ ਰਿਪੀਟ ਕਰ ਲਿਓ ਸਿੰਪਲ ਹੈ ਕੋਈ ਜ਼ਿਆਦਾ ਅੱਗੇ ਨਹੀਂ ਗਏ ਆਪਾਂ ਦੱਸੋ ਸਾਰੇ ਜਣੇ ਇਹਦੇ 'ਚ ਵੱਡਾ ਕਿਹੜਾ ਹੈ ਛੋਟਾ ਕਿਹੜਾ ਹੈ ਤੇ ਵਿਚਾਲੜਾ ਕਿਹੜਾ ਹੈ ਬਹੁਤ ਵਧੀਆ ਕੀ ਕਰਨਾ ਹੈ 5 3 4 ਆ ਲਓ ਜੀ ਇਹਨਾਂ ਦਾ ਅੰਤਰ 2 ਇਹਦਾ ਅੰਤਰ 1 ਇਹਦਾ ਅੰਤਰ ਵੀ ਕਿੰਨਾ 1 ਆ ਤਾਂ 4 ਆ ਗਿਆ ਆ 3 ਆ ਗਿਆ ਆ 2.5 ਆ ਗਿਆ ਸਭ ਤੋਂ ਵੱਡੀ ਕਿਹੜੀ ਹੈ 4 ਯਾਨੀ 3/4 ਸਭ ਤੋਂ ਵੱਡੀ ਉਸ ਤੋਂ ਛੋਟੀ ਕਿਹੜੀ ਹੈ 3 ਯਾਨੀ 2/3 ਉਸ ਤੋਂ ਛੋਟੀ ਕੀ ਹੈ 3/5 ਕਲੀਅਰ ਇੱਕ ਹੋਰ ਪੁੱਛਦੇ ਚਲੋ ਤੁਹਾਨੂੰ 2/3 5/7 3/8 ਤੇ 2/5
ਦੱਸੋ ਇਹਦੇ ਵਿੱਚ ਸਭ ਤੋਂ ਵੱਡੀ ਕਿਹੜੀ ਹੈ? ਸਭ ਤੋਂ ਵੱਡੀ ਕਿਹੜੀ ਹੈ? ਜਲਦੀ। ਹਾਂਜੀ ਹੁਣ ਦੇਖਿਓ, ਹੁਣ ਤੁਹਾਨੂੰ ਮੈਂ ਵਾਅਦਾ ਕੀਤਾ ਸੀ ਨਾ ਕਿ ਤੁਹਾਡੀ ਸਪੀਡ ਵਧਾਵਾਂਗਾ ਮੈਂ। ਹੁਣ ਦੇਖੋ ਸਾਰੇ ਜਣੇ ਸਪੀਡ ਵਧਾਉਣੇ ਆਪਾਂ। ਤੁਸੀਂ ਐਵੇਂ ਲਿਖੋ ਨਾ, ਇਹ ਤਾਂ ਤੁਹਾਨੂੰ ਸਮਝਾਉਣ ਵਾਸਤੇ ਸੀਗਾ। ਹੁਣ ਤੁਸੀਂ ਇਹਨੂੰ ਮੂੰਹ ਜ਼ਬਾਨੀ ਕਰੋਗੇ। ਕਿਵੇਂ ਕਰੋਗੇ? ਦੇਖੋ, ਉੱਪਰ ਆਇਆ ਜੀ 3 ਤੇ ਥੱਲੇ ਦੋਨਾਂ ਦਾ ਅੰਤਰ 1 ਆਇਆ, 3 ਦੇ ਵਿੱਚ 1 ਦਾ ਭਾਗ ਦਿੱਤਾ 3। ਉੱਪਰ ਆਇਆ 7, ਇਹਨਾਂ ਦੋਨਾਂ ਦਾ ਅੰਤਰ 2 ਯਾਨੀ 3.5। ਉੱਪਰ ਆਇਆ 8, ਦੋਨਾਂ ਦਾ ਅੰਤਰ 5। 8 ਦੇ ਵਿੱਚ 5 ਦਾ ਭਾਗ ਦੇਵਾਂਗੇ ਤਾਂ ਪਹਿਲਾ ਆਏਗਾ 5 ਏਕਮ 5, ਪਿੱਛੇ ਰਹਿ ਗਏ 3। ਤਾਂ ਆਪਾਂ ਨੂੰ ਪਤਾ ਹੈ ਕਿ 5 ਛਿਕ 30, ਕਿੰਨਾ ਆ ਗਿਆ? 1.6। ਉੱਪਰ ਆਏਗਾ 5, ਥੱਲੇ ਆਏਗਾ ਦੋਨਾਂ ਦਾ ਅੰਤਰ, ਕਿੰਨਾ ਆਇਆ? 3। 5 ਦੇ ਵਿੱਚ 3 ਦਾ ਭਾਗ ਦੂੰਗੇ, 5 3 ਏਕਮ 3, ਪਿੱਛੇ ਰਹਿ ਗਏ 2, 3 ਛਿਕ 18 ਔਰ ਇਹ ਆ ਗਿਆ 67, ਕਿਉਂਕਿ 1.666666 ਇਹ ਆਊਗਾ ਔਰ ਇਹ 1.6 ਤੇ ਪੂਰਾ ਪੂਰਾ ਚਲਾ ਗਿਆ, ਮਤਲਬ ਇਹਨੂੰ 1.60 ਕਵਾਂਗੇ ਆਪਾਂ। 60 ਤਾਂ ਨਹੀਂ ਕਹਿੰਦੇ, ਇਹਨੂੰ 60 ਕਹਿੰਦੇ ਆਪਾਂ। ਕਲੀਅਰ? ਹੁਣ ਦੇਖੋ, ਮੈਂ ਪੁੱਛਿਆ ਸਭ ਤੋਂ ਵੱਡਾ, ਸਭ ਤੋਂ ਵੱਡਾ 3.50 ਹੈ ਨਾ, ਆ ਲਓ ਜੀ, ਇਹ ਸਭ ਤੋਂ ਵੱਡਾ। ਉਸ ਤੋਂ ਛੋਟਾ ਕੀ ਹੈ? 2/3। ਉਸ ਤੋਂ ਛੋਟਾ ਕੀ ਹੈ? 1.67 ਤੇ ਸਭ ਤੋਂ ਛੋਟਾ ਕੀ ਹੈ? ਸਭ ਤੋਂ ਛੋਟਾ ਕੀ ਹੈ? 1.60। वॉइस डबल आ रही है, वेट करो। वॉइस डबल आ रही है, वेट करो। ਇਹ ਪਿੱਛੋਂ ਹੈ ਗਾਇਜ਼, ਇਹਦੇ ਵਿੱਚ ਕੋਈ ਦਿੱਕਤ ਨਹੀਂ ਗੀ, ਕੋਈ ਦਿੱਕਤ ਨਹੀਂ। ਚਲੋ ਜੀ, ਇੱਥੋਂ ਤੱਕ ਸਾਰਿਆਂ ਨੂੰ ਕਲੀਅਰ ਹੋ ਗਿਆ? ਫਟਾਫਟ ਦੱਸੋ। ਪਹਿਲੀ ਜਿਹੜੀ ਆਪਾਂ ਥੀਮ ਸਿੱਖੀ, ਪਹਿਲੀ ਥੀਮ ਆਪਣੀ ਇਹੀ ਸੀਗੀ ਕਿ ਜਾਂ ਤਾਂ ਵੱਡਾ ਜਾਂ ਫਿਰ ਛੋਟਾ। ਇੱਥੋਂ ਤੱਕ ਸਾਰਿਆਂ ਨੂੰ ਕਲੀਅਰ ਹੈ? ਫਟਾਫਟ ਦੱਸੋ। ਬਹੁਤ ਹੀ ਵਧੀਆ। ਹੁਣ ਆਪਾਂ ਸਿੱਖਦੇ ਹਾਂ ਇਹਦੇ ਵਿੱਚ 2 ਨੰਬਰ ਪੁਆਇੰਟ। ਕਿਹੜੀ ਪੈਨ? ਜਿਹਨੂੰ ਆਪਾਂ ਕਹਿ ਦਿੰਦੇ ਆ ਡੈਸੀਮਲ ਫ੍ਰੈਕਸ਼ਨ, ਜਿਹਨੂੰ ਆਪਾਂ ਕਹਿ ਦਿੰਦੇ ਆ ਹਿੰਦੀ ਦੇ ਵਿੱਚ ਦਸ਼ਮਲਵ। ਕੀ ਕਹਿ ਦਿੰਦੇ ਆਪਾਂ? ਦਸ਼ਮਲਵ ਭਿੰਨ ਕਹਿ ਦਿੰਦੇ ਆਪਾਂ। ਹੁਣ ਦੇਖੋ ਇਹ ਦਸ਼ਮਲਵ ਭਿੰਨ ਕਿਹੜੀ ਹੁੰਦੀ ਹੈ, ਇਹ ਵੀ ਦੇਖ ਲਓ। ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਜਿਵੇਂ ਮੈਂ ਲਿਖਤਾ 4.5, ਮੈਂ ਐਵੇਂ ਲਿਖਤਾ। ਹੁਣ ਇਹ ਜਿਹੜਾ 4.5 ਹੈ ਨਾ, ਇਹਨੂੰ ਆਪਾਂ ਕੀ ਲਿਖ ਸਕਦੇ ਹਾਂ? ਇਹਨੂੰ ਆਪਾਂ ਐਵੇਂ ਲਿਖ ਸਕਦੇ ਹਾਂ ਨਾ, 4.5 ਯਾਨੀ ਪੁਆਇੰਟ ਹਟੇਗਾ ਤਾਂ ਥੱਲੇ ਕੀ ਲੱਗੇਗੀ? 0। ਹੁਣ ਇਹਨੂੰ ਕੱਟੋ, 5 ਦੂਣੀ 10, 5 ਨਹੀਂ 45, ਇਹ 9/2 ਹੋ ਗਈ ਕਿ ਨਹੀਂ ਹੋਈ? ਆਈ ਗੱਲ ਸਮਝ ਵਿੱਚ ਸਾਰਿਆਂ ਨੂੰ? ਯੈਸ ਔਰ ਨੋ? ਇਹ ਵੀ ਤਾਂ ਪਿੰਨ ਹੋਈ ਕਿ ਨਹੀਂ ਹੋਈ? ਬਸ ਹੋ ਕਿਹੜੀ ਗਈ? ਇਹਨੂੰ ਦਸ਼ਮਲਵ ਪਿੰਨ ਕਹਿ ਦਿੰਦੇ ਆ ਆਪਾਂ। ਕੀ ਕਹਿ ਦਿੰਦੇ ਆ? ਦਸ਼ਮਲਵ ਯਾਨੀ ਡੈਸੀਮਲ, ਪੁਆਇੰਟ ਲੱਗਿਆ ਹੋਊਗਾ। ਕੀ ਲੱਗਿਆ ਹੋਊਗਾ? ਪੁਆਇੰਟ ਲੱਗਿਆ ਹੋਏਗਾ। ਜਾਂ ਫਿਰ ਆਪਾਂ ਗੱਲ ਕਰਦੇ ਆ ਇਹਦੇ ਵਿੱਚ ਹੋਰ ਇੱਕ ਚੀਜ਼, ਦਸ਼ਮਲਵ ਪਿੰਨ ਹੋਰ ਕਿਹਨੂੰ ਕਹਿ ਸਕਦੇ ਆ ਆਪਾਂ? ਜਿਵੇਂ ਆਪਣੇ ਕੋਲੇ ਆ ਗਿਆ 1.32 ਤੇ ਡਿਵਾਈਡ ਬਾਈ ਆ ਗਿਆ 0.25, ਇਹਨੂੰ ਵੀ ਆਪਾਂ ਦਸ਼ਮਲਵ ਪਿੰਨ ਕਹਿ ਸਕਦੇ ਆ। ਕੀ ਕਹਿ ਸਕਦੇ ਆ? ਦਸ਼ਮਲਵ ਪਿੰਨ ਕਹਿ ਸਕਦੇ ਆ। ਕਿਵੇਂ? ਆ ਦੇਖੋ, A ਨੂੰ ਆਪਾਂ ਕਹਿ ਦਿੰਦੇ ਆ 132, ਇਹਨੂੰ ਕਹਿ ਦਿੰਦੇ ਆ 25। ਕਿਉਂ? ਕਿਉਂਕਿ ਦੇਖੋ ਪੁਆਇੰਟ ਤੋਂ ਬਾਅਦ 2 ਸੰਖਿਆ ਇੱਧਰ ਹੈ ਔਰ ਇੱਧਰ ਵੀ ਪੁਆਇੰਟ ਤੋਂ ਬਾਅਦ 2 ਸੰਖਿਆ ਹੈ, ਇਹਦਾ ਮਤਲਬ ਪੁਆਇੰਟ ਨਾਲ ਪੁਆਇੰਟ ਕੱਟ ਜਾਏਗਾ। ਔਰ ਜੇ ਤੁਹਾਡੇ ਕੋਲੇ ਸਿੰਗਲ ਹੈ ਤਾਂ ਤੁਸੀਂ ਕੀ ਕਹੋਗੇ? ਥੱਲੇ 10 ਲਾਓਗੇ। ਹੁਣ ਜੇ ਕੱਟਦਾ ਤਾਂ ਠੀਕ ਹੈ, ਅਦਰਵਾਈਜ਼ ਇਹ ਆਪਣੀ ਪੈਨ ਹੋਗੀ।
ਬਹੁਤ ਵਧੀਆ ਜੀ। ਦਸ਼ਮਲਵ ਪਿੰਨ ਬਾਰੇ ਵੀ ਸਾਰਿਆਂ ਨੂੰ ਜਾਣਕਾਰੀ ਹੋਗੀ। ਹਰਮਨ ਸੋਹੀ ਜੀ ਤੁਹਾਨੂੰ ਕੀ ਸਮਝ ਵਿੱਚ ਨਹੀਂ ਆਇਆ, ਫਟਾਫਟ ਦੱਸੋ। ਹਰਮਨ ਸੋਹੀ ਜੀ ਤੁਹਾਨੂੰ ਕੀ ਸਮਝ ਵਿੱਚ ਨਹੀਂ ਆਇਆ। ਆ ਗਿਆ ਜੀ, ਠੀਕ ਹੈ। ਹੁਣ ਦੇਖੋ ਅੱਗੇ, ਹੁਣ ਇਹਦੇ ਵਿੱਚ ਕੀ ਹੁੰਦਾ, ਜਿਹੜੀ ਦਸ਼ਮਲਵ ਪਿੰਨ ਹੁੰਦੀ ਹੈ ਨਾ, ਇਹ ਦੋ ਤਰੀਕੇ ਦੀ ਹੁੰਦੀ ਹੈ। ਕਿੰਨੇ ਤਰੀਕੇ ਦੀ ਹੁੰਦੀ ਹੈ? ਦੋ ਤਰੀਕੇ ਦੀ ਹੁੰਦੀ ਹੈ। ਜਿਹਨੂੰ ਕੀ ਕਿਹਾ ਜਾਂਦਾ ਹੈ? ਇਹਨੂੰ ਤੇ ਕਿਹਾ ਜਾਂਦਾ ਹੈ ਸ਼ਾਂਤ। ਕੀ ਕਿਹਾ ਜਾਂਦਾ ਹੈ? ਸ਼ਾਂਤ। ਕਲੀਅਰ? ਤੇ ਦੂਜੀ ਕਿਹੜੀ ਹੋਏਗੀ ਦੱਸੋ ਹੁਣ? ਅਸ਼ਾਂਤ। ਠੀਕ ਹੈ ਜੀ, ਓਕੇ। ਆ ਗਈ ਸਮਝ? ਦਸ਼ਮਲਵ ਪਿੰਨਾਂ ਵੀ ਦੋ ਤਰੀਕੇ ਦੀਆਂ ਹੁੰਦੀਆਂ ਨੇ। ਪਹਿਲੀ ਹੁੰਦੀ ਹੈ ਸ਼ਾਂਤ ਪਿੰਨ, ਦੂਜੀ ਹੁੰਦੀ ਹੈ ਅਸ਼ਾਂਤ ਪਿੰਨ। ਹੁਣ ਇਹ ਸ਼ਾਂਤ ਪਿੰਨ ਕਿਹੜੀ ਹੁੰਦੀ ਹੈ? ਜਿਵੇਂ ਦੇਖੋ, ਜਿਵੇਂ ਤੁਹਾਡੇ ਕੋਲੇ ਆਇਆ ਸੀਗਾ 4/5 ਆਇਆ ਸੀ ਨਾ। ਹੁਣ ਤੁਸੀਂ ਆਪ ਸੋਚੋ, ਇਸ 4 ਦੇ ਵਿੱਚ 5 ਦਾ ਭਾਗ ਦਈਏ, ਮੰਨ ਲਓ ਸਪੋਜ਼ ਦੈਟ, ਤਾਂ ਦੇਖੋ ਆਪਾਂ ਨੋਰਮਲ ਦਿੰਨੇ ਆ ਭਾਗ, ਜਾਏਗਾ ਹੀ ਨਹੀਂ। ਪਹਿਲਾ ਪੁਆਇੰਟ ਲੱਗੇਗਾ, ਇੱਧਰ ਰੱਖਾਂਗੇ 0, 5 8 40 ਕੱਟਤਾ। ਯਾਨੀ ਆਪਣੇ ਕੋਲੇ ਪੁਆਇੰਟ 8 ਆਇਆ ਕਿ ਨਹੀਂ ਆਇਆ? ਇਹ ਸ਼ਾਂਤ ਕਿਉਂ ਹੋਈ? ਕਿਉਂਕਿ ਇਹ ਦਸ਼ਮਲਵ ਤੋਂ ਬਾਅਦ ਇੱਕ ਹੀ ਅੱਖਰ ਤੱਕ ਜਾ ਕੇ ਖਤਮ ਹੋ ਗਈ। ਇਹਦਾ ਮਤਲਬ ਇਹ ਸ਼ਾਂਤ ਹੈ। ਕੀ ਹੈ? ਸ਼ਾਂਤ ਹੈ। ਜਿਵੇਂ ਹੋਰ ਦੇਖ ਲਓ, ਇਹਦੇ ਵਿੱਚ ਆ ਜਾਂਦਾ ਹੈ, ਜਿਵੇਂ ਆਪਾਂ ਗੱਲ ਕਰੀਏ 15/2, ਇਹ ਵੀ ਪਿੰਨ ਹੈ। 15 ਦੇ ਵਿੱਚ 2 ਦਾ ਭਾਗ ਦੇਵਾਂਗੇ ਤਾਂ 7.5 ਆਏਗਾ। ਔਰ 7.5 ਦਾ ਮਤਲਬ, 7.5 ਦਾ ਮਤਲਬ ਕੀ ਹੁੰਦਾ? ਆਪਾਂ ਕੀ ਕਹਿ ਸਕਦੇ ਹਾਂ? 7.5 ਦਾ ਮਤਲਬ ਹੈ ਕਿ ਦਸ਼ਮਲਵ ਤੋਂ ਬਾਅਦ ਸਿਰਫ ਇੱਕ ਹੀ ਅੰਕ ਤੱਕ ਗਈ। ਯੈਸ ਜਾਂ ਨੋ? ਓਨਲੀ ਗੇਮਿੰਗ ਜੀ ਦੇਖੋ ਵੀ ਹੁਣ ਜਾਂ ਤਾਂ ਹਿੰਦੀ 'ਚ ਪੁੱਛ ਲਓ, ਜਾਂ ਪੰਜਾਬੀ 'ਚ ਪੁੱਛ ਲਓ, ਤੇ ਜਾਂ ਅੰਗਰੇਜ਼ੀ 'ਚ ਪੁੱਛ ਲਓ, ਕਿਉਂਕਿ ਤਿੰਨੇ ਕੁਆਲਿਟੀ ਦੇ ਚੀਜ਼ਾਂ ਇੱਕ ਵਾਰੀ 'ਚ ਨਹੀਂ ਹੋ ਸਕਦੀਆਂ, ਤੁਹਾਨੂੰ ਵੀ ਪਤਾ ਹੈ। ਸ਼ਾਂਤ ਮਤਲਬ ਤੁਸੀਂ ਸਾਰੇ ਜਣੇ, ਇਹ ਤਾਂ ਹੈ ਨਹੀਂ ਵੀ ਤੁਸੀਂ ਸਾਰਾ ਦਿਨ ਅੰਗਰੇਜ਼ੀ ਬੋਲਦੇ ਹੋ, ਨਹੀਂ ਬੋਲਦੇ ਨਾ ਸਾਰਾ ਦਿਨ ਅੰਗਰੇਜ਼ੀ। ਇੰਨਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਸ਼ਾਂਤ ਦਾ ਮਤਲਬ ਕੀ ਹੁੰਦਾ ਹੈ, ਕਿ ਜਿਹੜੀ ਕਿਸੇ ਥਾਂ ਤੇ ਆ ਕੇ ਜਾ ਕੇ ਰੁਕ ਜੇ, ਉਹ ਸ਼ਾਂਤ ਹੋ ਗਈ। ਔਰ ਜਿਹੜੀ ਅਸ਼ਾਂਤ ਹੁੰਦੀ ਹੈ ਉਹ ਕੀ? ਜਿਹੜੀ ਅੱਗੇ ਜਾ ਕੇ ਰੁਕਦੀ ਨਹੀਂ, ਕੰਟੀਨਿਊ ਚੱਲਦੀ ਰਹਿੰਦੀ ਹੈ। ਜਿਵੇਂ ਆਪਾਂ ਗੱਲ ਕਰੀਏ, ਆ ਦੇਖੋ, ਜਿਵੇਂ ਆ ਦੇਖੋ, ਅਸ਼ਾਂਤ ਦੀ ਗੱਲ ਹੋ ਰਹੀ ਹੈ ਨਾ ਆਪਣੇ ਕੋਲੇ। ਆਪਾਂ ਇਹ ਵੀ ਕਹਿ ਸਕਦੇ ਹਾਂ ਅਸ਼ਾਂਤ ਦੇ ਵਿੱਚ, ਦੇਖੋ ਹੁਣ ਮੈਂ ਕਿਹਾ 2/3, ਮੈਂ ਆ ਗੱਲ ਕਹਿਤੀ, 2/3 ਕਹਿਤਾ। ਹੁਣ 2/3 ਆਪਾਂ ਨੂੰ ਪਤਾ, ਜਦੋਂ ਇਹਨੂੰ ਸੋਲਵ ਕਰਾਂਗੇ ਨਾ, ਪੁਆਇੰਟ 6 6 6 ਐਵੇਂ ਆਏਗੀ। ਬਟ ਇਹ ਸ਼ਾਂਤ ਨਹੀਂ ਹੋ ਰਹੀ ਨਾ, ਇਹ ਸ਼ਾਂਤ ਨਹੀਂ ਹੋ ਰਹੀ। ਹੋਰ ਦੇਖ ਲੈਂਦੇ ਆਪਾਂ, ਜਿਵੇਂ 10/3 ਆ ਗਿਆ, ਇਹ ਵੀ ਕੀ ਨਹੀਂ ਹੋ ਰਹੀ? ਸ਼ਾਂਤ ਨਹੀਂ ਹੋ ਰਹੀ। ਦੇਖੋ ਕਿੰਨਾ ਆਏਗਾ? 3.33333 ਆ ਰਿਹਾ ਨਾ। ਤੇ ਜਿਹੜੀ ਪਿੰਨ ਸ਼ਾਂਤ ਹੋ ਜੇ ਉਹ ਸ਼ਾਂਤ ਪਿੰਨ, ਤੇ ਜਿਹੜੀ ਸ਼ਾਂਤ ਨਹੀਂ ਹੋਵੇ ਉਹਨੂੰ ਕੀ ਕਵਾਂਗੇ? ਅਸ਼ਾਂਤ ਪਿੰਨ। ਜਿੱਥੇ ਮੈਨੂੰ ਲੱਗੇਗਾ ਨਾ ਅੰਗਰੇਜ਼ੀ ਬੋਲਣੀ ਹੈ, ਉੱਥੇ ਮੈਂ ਬੋਲੂੰਗਾ, ਪਰ ਇੱਥੇ ਹੁਣ ਬੋਲਣ ਦੀ ਲੋੜ ਹੀ ਨਹੀਂ ਸੀ, ਇਸ ਕਰਕੇ ਬੋਲਿਆ ਹੀ ਨਹੀਂ ਮੈਂ। ਹੁਣ ਕਈ ਬੱਚੇ ਕਹਿੰਦੇ ਨੇ ਸਰ, ਜਿਹੜੀ ਅਸ਼ਾਂਤ ਪਿੰਨ ਹੁੰਦੀ ਹੈ ਇਹ ਵੀ ਤਾਂ ਸਰ ਦੋ ਤਰੀਕੇ ਦੀ ਹੋ ਸਕਦੀ ਹੈ। ਹਾਂਜੀ ਬਿਲਕੁਲ ਹੋ ਸਕਦੀ ਹੈ। ਕਿਹੜੀ ਕਿਹੜੀ? ਇੱਕ ਤਾਂ ਹੋ ਜਾਏਗੀ ਆਵਰਤੀ। ਕੀ ਹੋ ਜਾਏਗੀ? ਆਵਰਤੀ, ਜਿਹਨੂੰ ਕਹਿ ਦਿੰਨੇ ਆ ਫ੍ਰੀਕੁਐਂਸੀ। ਫ੍ਰੀਕੁਐਂਸੀ, ਆਵਰਤੀ ਦਾ ਮਤਲਬ ਕੀ ਹੁੰਦਾ ਹੈ? ਫ੍ਰੀਕੁਐਂਸੀ। ਤੇ ਦੂਜੀ ਕੀ ਹੋਏਗੀ? ਅਨਾਵਰਤੀ। ਅਨਾਵਰਤੀ ਦਾ ਮਤਲਬ ਹੁੰਦਾ ਹੈ ਡੀ ਫ੍ਰੀਕੁਐਂਸੀ। ਕਲੀਅਰ? ਜਿਹੜੀ ਫ੍ਰੀਕੁਐਂਸੀ ਹੁੰਦੀ ਹੈ ਉਹਦਾ ਮਤਲਬ ਕੀ ਹੈ? ਦੇਖੋ ਜਿਵੇਂ ਆਪਾਂ 2/3 ਲਿਖਿਆ ਸੀਗਾ, ਦੇਖੀ ਚੱਲਿਓ, ਜਿਵੇਂ ਮੈਂ 2/3 ਲਿਖਿਆ ਤੇ ਆਪਾਂ ਨੂੰ ਪਤਾ ਹੈ ਕਿ
ਇਹ 0.666 ਇਹ ਚੱਲ ਰਹੀ ਹੈ ਨਾ। ਇਹਦਾ ਮਤਲਬ ਹੈ ਕਿਸੇ ਇੱਕ ਅੱਖਰ ਦੀ ਆਵਰਤੀ ਵਾਰੀ ਵਾਰੀ ਹੋ ਰਹੀ ਹੈ, that is frequency। ਦੱਸੋ 0.6666 ਇਹਦਾ ਮਤਲਬ ਇਹ ਹੋ ਗਿਆ ਕਿ ਆਵਰਤੀ, ਫ੍ਰੀਕੁਐਂਸੀ। ਕਲੀਅਰ ਹੋ ਗਿਆ ਨਾ ਸਾਰਿਆਂ ਨੂੰ ਗੱਲ? ਜਿਹੜੀ ਫ੍ਰੀਕੁਐਂਸੀ ਦਾ ਮਤਲਬ ਹੋ ਗਿਆ ਬਾਰੰਬਾਰਤਾ, ਯਾਨੀ ਉਹ ਵੱਧਦੀ ਜਾ ਰਹੀ ਹੈ, ਉਹਨੂੰ ਬੋਲਿਆ ਜਾਂਦਾ ਹੈ ਆਵਰਤੀ ਪਿੰਨ। ਤੇ ਜਿਹੜੀ ਅਨਾਵਰਤੀ ਪਿੰਨ ਹੁੰਦੀ ਹੈ ਉਹਨੂੰ ਕੀ ਕਹਿੰਦੇ ਆ? ਜਿਵੇਂ ਆ ਦੇਖੋ, ਜਿਵੇਂ ਮੈਂ ਲਿਖਿਆ 6/7, ਜਿਵੇਂ ਮੈਂ ਲਿਖਿਆ 6/7 ਤੇ 6/7 ਦਾ ਮਤਲਬ ਕੀ ਹੁੰਦਾ ਹੈ? ਧਿਆਨ ਨਾਲ ਦੇਖਣਾ। ਹੁਣ 6/7 ਦਾ ਮਤਲਬ ਹੁੰਦਾ ਹੈ 0.85714 2 ਅੱਗੇ ਚੱਲਦੀ ਰਹਿ ਰਹੀ ਹੈ। ਹੁਣ ਤੁਸੀਂ ਆਪ ਸੋਚੋ ਇਸ ਚੀਜ਼ ਨੂੰ, ਇੱਥੇ ਤਾਂ ਆਵਰਤੀ ਹੋ ਰਹੀ ਸੀ ਨਾ, ਫ੍ਰੀਕੁਐਂਸੀ ਆ ਰਹੀ ਸੀ ਵਾਰੀ ਵਾਰੀ, ਔਰ ਇੱਥੇ ਕੀ ਆ ਰਹੀ ਹੈ? ਹਾਂ, ਰਿਕਿਉਰਿੰਗ। ਇੱਥੇ ਆਪਾਂ ਕੀ ਕਵਾਂਗੇ? 0.857, ਯਾਨੀ ਇੱਥੇ ਵਾਰੀ ਵਾਰੀ ਆਵਰਤੀ ਨਹੀਂ ਹੋ ਰਹੀ, ਔਰ ਆਪਾਂ ਨੂੰ ਪਤਾ ਹੈ ਇਹ ਸ਼ਾਂਤ ਵੀ ਨਹੀਂ ਹੋ ਰਹੀ। ਇਸ ਕਰਕੇ ਇਹਨੂੰ ਅਸ਼ਾਂਤ ਭਿੰਨਤਾ ਕਵਾਂਗੇ, ਲੇਕਿਨ ਕਵਾਂਗੇ ਕੀ? ਅਨਾਵਰਤੀ ਅਸ਼ਾਂਤ ਭਿੰਨ। ਅਨਾਵਰਤੀ ਮਤਲਬ ਡੀ ਫ੍ਰੀਕੁਐਂਸੀ, ਯਾਨੀ 6/7 ਆਪਣੀ ਕੀ ਹੈ? ਡੀ ਫ੍ਰੀਕੁਐਂਸੀ। ਇੰਨੀ ਗੱਲ ਸਮਝ ਆਈ ਸਾਰਿਆਂ ਨੂੰ? ਫਟਾਫਟ ਦੱਸੋ। ਇਹ ਮੇਰਾ ਵਾਅਦਾ ਹੈ ਕਿ ਇੰਨਾ ਤੁਸੀਂ ਨਹੀਂ ਸਿੱਖਿਆ ਹੋਏਗਾ ਇਹਦੇ ਵਿੱਚ, ਪਿੰਨ ਦੇ ਵਿੱਚ। ਤੁਸੀਂ ਸਿਰਫ ਇੰਨਾ ਹੀ ਜਾਣਦੇ ਹੋਵੋਗੇ ਕਿ ਜਿਹੜੀ ਪਿੰਨ ਹੁੰਦੀ ਹੈ ਉਹ A/B ਹੁੰਦੀ ਹੈ, ਬਸ। ਬਟ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਜਿਹੜੀ ਦਸ਼ਮਲਵ ਪਿੰਨ ਹੁੰਦੀ ਹੈ ਉਹ ਪੁਆਇੰਟਾਂ ਦੇ ਵਿੱਚ ਹੁੰਦੀ ਹੈ। ਦਸ਼ਮਲਵ ਪਿੰਨ ਵੀ ਦੋ ਤਰੀਕੇ ਦੀ ਹੁੰਦੀ ਹੈ, ਸ਼ਾਂਤ ਅਤੇ ਅਸ਼ਾਂਤ। ਜਿਹੜੀ ਸ਼ਾਂਤ ਹੁੰਦੀ ਹੈ ਉਹ ਰੁਕ ਜਾਂਦੀ ਹੈ, ਜਿਹੜੀ ਅਸ਼ਾਂਤ ਹੁੰਦੀ ਹੈ ਉਹ ਰੁਕਦੀ ਨਹੀਂ। ਮਤਲਬ ਉਹ ਵੀ ਦੋ ਤਰੀਕੇ ਦੀ ਹੁੰਦੀ ਹੈ, ਆਵਰਤੀ, ਅਨਾਵਰਤੀ। ਆਵਰਤੀ 0.66666 ਔਰ ਅਨਾਵਰਤੀ ਜਿਹੜੀ ਅੱਗੇ ਤੱਕ ਜਾ ਰਹੀ ਹੈ। ਆ ਗਈ ਗੱਲ ਸਮਝ ਸਾਰਿਆਂ ਨੂੰ? ਬਹੁਤ ਵਧੀਆ। ਬਹੁਤ ਹੀ ਵਧੀਆ ਵੀ। ਮੈਸੇਜ ਸਾਰੇ ਜਣੇ ਕਰਿਆ ਕਰੋ ਵੀ, ਇੰਨੇ ਜਣੇ ਬੈਠੇ ਹੋ ਲਾਈਵ। ਓਕੇ, ਬਹੁਤ ਵਧੀਆ ਵੀ। ਠੀਕ ਹੈ ਜੀ, ਹੁਣ ਆਪਾਂ ਚੱਲਦੇ ਹਾਂ ਅਗਲੀ ਥੀਮ ਤੇ। ਇੰਨੀ ਗੱਲ ਸਾਰਿਆਂ ਨੂੰ ਸਮਝ ਆ ਗਈ? ਹੁਣ ਪੇਪਰ ਦੇ ਵਿੱਚ ਪਤਾ ਕੀ ਤੁਸੀਂ ਕਹੋਗੇ ਸਰ ਦੱਸਿਆ ਕਾਹਦੇ ਲਈ? ਤੁਹਾਡਾ ਜਿਹੜਾ ਪੇਪਰ ਹੈ ਨਾ ਬਹੁਤ ਹੀ ਬੇਸਿਕ ਲੈਵਲ ਦਾ ਹੋਣਾ। ਜੇ ਬੇਸਿਕ ਲੈਵਲ ਦਾ ਹੋਣਾ, ਇਸ ਕਰਕੇ ਪੇਪਰ ਫਿਰ ਕੁਐਸਚਨ ਵੀ ਇਹੋ ਜਿਹੀ ਪੁੱਛੇਗਾ ਬੇਸਿਕ ਜਿਹੇ। ਦੇਖੋ ਇਹ ਪੁੱਛੂਗਾ, ਮੈਂ ਹਿੰਦੀ 'ਚ ਲਿਖ ਰਿਹਾ, निम्न में से नहीं ਐ ਪੁੱਛ ਲਿਆ ਆਪਾਂ ਨੂੰ, ਮੰਨ ਲਓ ਆਪਾਂ ਨੂੰ ਪੁੱਛ ਲਿਆ 11/7 ਸੁਨੈਨਾ ਸ਼ਰਮਾ ਜੀ ਉਹ ਫ੍ਰੀ ਕਲਾਸ ਨਹੀਂ ਸੀਗੀ, ਉਹ ਤੁਸੀਂ ਹਾਈ ਅਥਾਰਟੀ ਨਾਲ ਗੱਲ ਕਰ ਲਓ, ਤੁਹਾਨੂੰ ਦੱਸ ਦੇਣਗੇ। 11/7 ਕਿਸ ਪ੍ਰਕਾਰ ਦੀ ਪਿੰਨ ਹੈ? ਇਹ ਪੁੱਛ ਲਿਆ ਆਪਾਂ ਨੂੰ, ਸਿੰਪਲ ਜਿਹਾ ਕੁਐਸਚਨ। 11/7 ਕਿਸ ਪ੍ਰਕਾਰ ਦੀ ਪਿੰਨ ਹੈ? ਆਪਸ਼ਨ ਏ ਆ ਗਿਆ ਆਪਣੇ ਕੋਲੇ ਸ਼ਾਂਤ, ਠੀਕ ਹੈ ਜੀ। ਆਪਸ਼ਨ ਬੀ ਆ ਗਿਆ ਅਸ਼ਾਂਤ, ਆਪਸ਼ਨ ਸੀ ਆ ਗਿਆ दशमलव पिन, और डी ऑप्शन आ गया अनावर्ती अशांत पिन। हुण दसो की आएगा आंसर? दसो सारे जने। मैनू पता सी उत्तर जरूर आएगा। हुण तुहानू एक गल पता लग गई कि सर डी उत्तर आएगा, बट तुसी मेरी गल नू समझ ते गए ना?
हाँ जी नॉन रिक्योरिंग, बिल्कुल लवप्रीत कौर, बिल्कुल नॉन रिक्योरिंग। हुण आपां नूं इन्नी गल पता लग गई, क्यों? क्योंकि आपां नूं किवें पता लगी आ गल? देखो शांतता है नहीं गी, क्योंकि 11 ਦੇ ਵਿੱਚ ਜੇ ਆਪਾਂ 7 ਦਾ ਭਾਗ ਲਾਈਏ 7 ਏਕਮ 7 ਪਿੱਛੇ ਰਹਿ ਗਿਆ 4 ਪੁਆਇੰਟ, ਫਿਰ 0 ਲਾਉਂਗੇ ਇੱਧਰ 7 5 35 7 5 35 ਪਿੱਛੇ ਕਿੰਨੇ ਰਹਿ ਗਏ 50, ਫਿਰ 0 ਲਾਉਂਗੇ 7 7 49, ਫਿਰ ਪਿੱਛੇ ਰਹਿ ਗਿਆ 1, ਫਿਰ 7 ਏਕਮ 7, ਫਿਰ ਪਿੱਛੇ ਰਹਿ ਗਏ 3, ਫਿਰ 0, ਫਿਰ 7 ਚੌਕ 28, ਫਿਰ ਪਿੱਛੇ ਕਿੰਨਾ ਰਹਿ ਗਿਆ 2। ਇਹਦਾ ਕੋਈ तीन ਧਰਮ है नहीं ना, क्यों नहीं? क्योंकि देखो 5 7 1 4 बदल रही है, ਇਹਦਾ मतलब है शांतता है नहीं सर, अशांत है। कुछ बच्चे अशांत ਤੇ ਕਲਿੱਕ ਕਰਾਣਗੇ ਜਿਨ੍ਹਾਂ ਨੂੰ ਨਹੀਂ ਪਤਾ ਹੋਏਗਾ ਕਿ ਇਹੋ ਜੀ ਵੀ ਕੋਈ ਭਿੰਨ ਹੁੰਦੀ ਹੈ। ਇਹ ਗੱਲ ਸਮਝਦੇ ਹੋ ਨਾ? ਜਿਨ੍ਹਾਂ ਨੂੰ ਨਹੀਂ ਪਤਾ ਹੋਏਗਾ ਨਾ ਅਨਾਵਰਤੀ ਵਾਲਾ, ਜਿਨ੍ਹਾਂ ਨੂੰ ਨਹੀਂ ਪਤਾ ਹੋਏਗਾ ਉਹ ਨਾ ਤੁੱਕਾ ਲਾ ਕੇ अशांति करके ਆਉਣਗੇ, ਧਿਆਨ ਰੱਖਣਾ। ਤੇ अशांत सही उत्तर है, लेकिन अशांत क्यों नहीं गा? क्योंकि ਆਪਾਂ ਨੂੰ ਪਤਾ ਹੈ ਫਸਟ प्रेफरेंस ਬਹੁਤ ਵੱਡੀ ਚੀਜ਼ ਹੁੰਦੀ ਹੈ, प्राथमिकता बहुत वड्डी चीज होंदी है। तो प्राथमिकता की है, ध्यान नाल देखो दशमलव पिन आपां नूं पता है सारे दशमलव भी है, बट प्राथमिकता सब तो वड्डी किहदी आएगी? अनावर्ती अशांत पिन दी आएगी। और ये जिन्ने सिक्ख्या होएगा वही उत्तर देगा, नहीं तो बाकी सारे जने अशांत ते क्लिक करके आउणगे जां दशमलव ते क्लिक करके आउणगे। आ गई गल समझ सारिआं नूं? दसो भी। ठीक है जी, आ गई। हुण आपां गल करदे हां ਜਿਹੜਾ पेपर ਦੇ ਵਿੱਚ concept ਹੁੰਦਾ ਹੈ। दूजा नंबर क्वेश्चन ਤੁਹਾਡੇ पेपर ਦੇ ਵਿੱਚ दूजा नंबर क्वेश्चन ਆਉਂਦਾ ਹੈ ਆਵਰਤੀ ਦੇ ਵਿੱਚੋਂ। ਕਿਹਦੇ ਵਿੱਚੋਂ ਆਉਂਦਾ ਹੈ? ਆਵਰਤੀ, ਜਿਹਨੂੰ ਇਹਨਾਂ ਨੇ ਕਿਹਾ ਸੀ ਰਿਕਿਊਰਿੰਗ, यानी कि फ्रीक्वेंसी। क्लियर? आवर्ती ਦੇ ਉੱਤੋਂ ਜ਼ਿਆਦਾ क्वेश्चन ਆਉਂਦਾ ਹੈ। ਕਿਵੇਂ ਆਉਂਦਾ ਹੈ? ਧਿਆਨ ਨਾਲ ਦੇਖਣਾ। ਪਹਿਲਾ क्वेश्चन ਪਹਿਲਾਂ ਸਿੰਪਲ ਤੋਂ ਸਟਾਰਟ ਕਰਾਂਗੇ ਕਿਉਂਕਿ ਆਪਾਂ ਸਿੱਖਣਾ ਹੈ। ਤੁਹਾਡੇ ਪੇਪਰ ਦੇ ਵਿੱਚ ਆਇਆ ਫ੍ਰੈਕਸ਼ਨ ਦੇ ਵਿੱਚੋਂ क्वेश्चन ਕੀ, ਜਿਵੇਂ ਇੱਕ क्वेश्चन ਮੇਰੇ ਸਾਹਮਣੇ ਪਿਆ ਹੈ, ਤੁਹਾਨੂੰ ਪੁੱਛ ਲਿਆ 0.7 ਔਰ ਇਹਦੇ ਉੱਪਰ ਲਾਤੀ ਬਾਰ। ਠੀਕ ਹੈ ਜੀ। ਦੂਜੇ ਨੰਬਰ ਤੇ क्वेश्चन ਪੁੱਛ ਲਿਆ ਤੁਹਾਡੇ ਕੋਲੋਂ 0.139, ਇਹਦੇ ਉੱਪਰ ਲਾਤਾ। ਤੀਜੇ ਨੰਬਰ ਤੇ ਲਿਖਤਾ 2.2143 ਔਰ ਇਹਦੇ ਉੱਪਰ ਲਾਤਾ। ਇਹ ਹੋ ਗਈ ਜੀ ਬਾਰ। ਇਹਨੂੰ ਕਿਹਾ ਜਾਂਦਾ ਹੈ ਬਾਰ। ਇਹਦਾ ਮਤਲਬ ਕੀ ਹੈ ਪਹਿਲੇ ਉਹ ਵੀ ਦੇਖ ਲਓ। ਇਹਦਾ ਮਤਲਬ ਕੀ ਹੁੰਦਾ ਹੈ ਕਿ 0.7 ਦਾ ਮਤਲਬ ਹੈ 0.77777, 0.139 ਦੇ ਉੱਪਰ ਸਿਰਫ 39 ਉੱਪਰ ਲੱਗਿਆ। ਇਹਦਾ ਮਤਲਬ 39 39 39 39 39। ਜੇ 2.2143 ਹੈ ਯਾਨੀ 43 43 43 43, ਜੇ 3 ਉੱਪਰ ਹੁੰਦਾ ਤਾਂ ਕੀ ਲਿਖਦੇ? ਆਲੋ 3 ਉੱਪਰ ਲਾ ਦਿੰਦੇ ਆਪਾਂ। ਲੋ ਕੀ ਬੋਲੂਗੇ? 143। ਕੀ ਬੋਲੂਗੇ? 143। ਕਲੀਅਰ ਹੈ ਇੱਥੋਂ ਤੱਕ? ਯੈਸ ਔਰ ਨੋ? ਸਾਰਿਆਂ ਨੂੰ ਕਲੀਅਰ ਹੈ? ਹੁਣ ਦੇਖੋ, ਹੁਣ ਇਹਨੂੰ ਸੋਲਵ ਕਿਵੇਂ ਕਰਦੇ ਆ। ਸਭ ਤੋਂ ਵੱਡੀ ਗੱਲ ਸੋਲਵ ਕਰਨ ਵਾਲੀ ਹੁੰਦੀ ਹੈ, ਇਹ ਗੱਲ ਧਿਆਨ ਰੱਖਣਾ। ਜਦੋਂ ਵੀ ਇਹ ਬਾਰ ਹਟਦੀ ਹੈ ਨਾ, ਜਦੋਂ ਵੀ ਤੁਹਾਨੂੰ ਲਿਖ ਦਿੰਦਾ ਮੈਂ, ਬਾਰ ਹਟਣ ਤੇ, ਬਾਰ ਹਟਣ ਤੇ ਥੱਲੇ 9 ਜਾਂਦਾ ਹੈ। ਬਾਰ ਹਟਣ ਤੇ ਥੱਲੇ ਕੀ ਜਾਂਦਾ ਹੈ? 9 ਜਾਂਦਾ ਹੈ। ਇਹ ਗੱਲ ਧਿਆਨ ਰੱਖਣਾ। ਕਲੀਅਰ ਹੈ? ਯੈਸ ਜਾਂ ਨੋ? ਬਾਹਰ ਹਟਣ ਤੇ ਥੱਲੇ ਕੀ ਜਾਂਦਾ ਹੈ? 9 ਜਾਂਦਾ ਹੈ। ਹੁਣ ਦੇਖੋ ਕਈ ਬੱਚੇ ਇਹ ਵੀ ਪੁੱਛਣਗੇ ਸਰ ਬਾਹਰ ਹਟਣ ਤੇ 9 ਹੀ ਥੱਲੇ ਕਿਉਂ ਆਉਂਦਾ ਹੈ? ਇਹ ਵੀ ਦੱਸੂਗਾ ਮੈਂ। ਬੇਸਿਕ ਟੂ 0 ਬਣ ਰਿਹਾ ਨਾ, ਆਪਾਂ 0 ਟੂ ਹੀਰੋ ਬਣ ਰਹੇ ਹਾਂ ਤਾਂ ਦੱਸੂਗਾ। ਬਾਹਰ ਹਟਣ ਤੇ ਥੱਲੇ 9 ਜਾਂਦਾ ਹੈ। ਹੁਣ ਦੇਖੋ ਇਹਨੂੰ ਤੁਸੀਂ ਕੀ ਬੋਲੋਗੇ? ਇਹਨੂੰ ਬੋਲੋਗੇ 0 ਪਲੱਸ
ਇਹ ਪੁਆਇੰਟ ਦਾ ਮਤਲਬ ਹੁੰਦਾ ਹੈ +7। ਆ ਲਓ ਜੀ। ਹੁਣ ਆ ਜਿਹੜਾ ਬਾਹਰ ਹਟੇਗਾ ਇਹਦੇ ਥੱਲੇ ਕੀ ਲਾ ਦੂੰਗੇ 9, ਤੇ ਇਹਦਾ ਮਤਲਬ ਇਹ ਹੋਇਆ ਕਿ ਇਹਨੂੰ ਕੀ ਕਵਾਂਗੇ ਆਪਾਂ 7/9। ਕੀ ਕਵਾਂਗੇ 7/9। ਇਜ਼ ਦੈਟ ਕਲੀਅਰ? ਇੱਥੋਂ ਤੱਕ ਵੀ ਸਮਝ ਆ ਗਿਆ? ਹੁਣ ਆ ਦੇਖੋ ਇਹਨੂੰ ਵੀ ਕਰਕੇ ਦੇਖਦੇ ਹਾਂ ਆਪਾਂ। 0 ਪਲੱਸ ਇਹ ਪੂਰਾ ਲਿਖੋਗੇ ਤੁਸੀਂ 139। ਆ ਲਓ ਜੀ ਲਿਖਤਾ। ਲੇਕਿਨ ਹੁਣ ਤੁਸੀਂ ਇਹ ਦੇਖੋ ਬਾਰ ਸਿਰਫ 39 ਦੇ ਉੱਪਰ ਹੈ। ਜੇ ਬਾਰ 39 ਦੇ ਉੱਪਰ ਹੈ ਤੇ ਕਿਹਦੇ ਉੱਪਰ ਬਾਰ ਨਹੀਂ ਹੈ ਸਰ? 1 ਦੇ ਉੱਪਰ ਬਾਰ ਨਹੀਂ ਹੈ। ਇਸ ਕਰਕੇ ਉਹ 1 ਇਹਦੇ ਚੋਂ ਮਾਈਨਸ ਕਰ ਦੋ। ਜਿਹਦੇ ਉੱਪਰ ਬਾਰ ਨਹੀਂ ਹੈ ਉਹਨੂੰ ਮਾਈਨਸ ਕਰਨਾ ਹੈ। ਆ ਲਓ ਜੀ। ਔਰ ਥੱਲੇ ਹੁਣ ਦੇਖੋ ਸਟਾਰਟਿੰਗ ਇਧਰੋਂ ਹੀ ਕਰਨੀ ਹੈ। 9 ਆਏਗਾ ਬਾਹਰ ਥੱਲੇ, इधर भी 9 ही आएगा और ਇਹਦੇ ਉੱਪਰ ਬਾਰ नहीं है। मतलब बार जिथे नहीं है, बार जिथे नहीं है उत्थे 0 है। ये गल ध्यान रखना। जिथे बार नहीं गई उत्थे 0 आएगी, मतलब इत्थे 0 आ जाएगा। हुण देखो ध्यान नाल 139 चो एक गया कितना आएगा 138/990। जे कट दी है तो संख्या कट दो। ठीक है। हुण इधर आओ 2 प्लस आ कितना आया 2143 और ये चो माइनस की करना है 1 सॉरी ये चो माइनस की करना है 2। कितना माइनस करना है 2 ओनली फॉर। हुण 2 ही क्यों माइनस करना है आपको पता है ना, क्योंकि ये उत्ते तो बाहर है यानी 2 बची हुई है, 2 माइनस कर दो। और थले की आएगा हुण ये थले भी 9, ये वास्ते भी 9, ये वास्ते भी 9, ये वास्ते की आएगा 0। यानी अपना आंसर की आ जाएगा 2 प्लस 2141 आ लो जी। जे ये कटती है तो कट दो, अदरवाइज इनू आप की कह सकते हैं 2 सही 2141/9990। इज दैट क्लीयर? इन्नी गल समझ आ गई सारिਆਂ ਨੂੰ? फटाफट दसो। यस और नो? ठीक है जी। हुण तुसी कईयां दे मन च सीगा कि सर ये 9 क्यों आउंदा है, तो देखो ये 9 क्यों आउंदा है। देखो ओनली गेमिंग जदों देखो ये ऊपर बार है ना, जेदे ऊपर बार होएगी उन्होंने तो आप 9 ही कवांगे और जेदे ऊपर बार नहीं है उन्होंने आप की कवांगे 0 कवांगे। दसदा होना देखो आज इधर देखो आ 0.7 सीगा है ना, इनू मैं एवें लिखता x बराबर 0.7 दी बार। हुण मैनू इनू ईजी करना है, सरल करना है। इहदा मतलब सरलीकरण होंदा है भी आवर्ती पेन नू सरल करना। आ सरल करता ना आपां, हुण इनू सरल करना आपां। जदों सरल करांगे तो दोनों जेदे तुहानू देखो पता है पॉइंट तो बाद एक संख्या है तो तुसी इनू 10 नाल मल्टीप्लाई करो। जे पॉइंट तो बाद 2 संख्या है तो 100 नाल मल्टीप्लाई करो। जे 3 संख्या है पॉइंट तो बाद तो 1000 नाल गुणा करो। हुण आ देखो पॉइंट तो बाद एक संख्या है तो इधर की आ गया 10x और इधर तुहानू पता है ये 0.7777 एवें है। इनू जे 10 नाल मल्टीप्लाई करांगे तो एक ही आ जाएगा 7.7 ही तो आएगा। यस या नो? 7.7 ही तो आएगा, आएगा ना। हुण आपां नू की करना है, तुसी की करना है आ पहली समीकरण है अपनी, आ दूजी समीकरण है अपनी, तुसी इन्हां नू आपस च माइनस कर देना है ते 10x चो x जाएगा तो की बचेगा 9x और 7.7 चो 0.7 जाएगा तो की बचेगा 7 और x की वैल्यू की आ गई 7/9। आ गया समझ? दसो भी।
हाँ जी बिल्कुल भी। जे तुहानू सारा कुछ समझ आ रहा है तो प्लीज लाइक द बटन, ਜਿਹੜਾ इधर लेफ्ट साइड ਤੇ है ना लाइक द बटन, उस लाइक ਦੇ बटन ਨੂੰ क्लिक करो। और जिन्होंने चैनल सबसक्राइब नहीं किया वो सबसक्राइब भी करो। और सबसक्राइब करने तो बाद पता की एक साइड ਤੇ एक छोटी जी घंटी है वो बजा दो फटाफट। वो बजाने तो बाद उत्ते लिखा आएगा ऑल नोटिफिकेशन, वो भी बजा दो। घंटी ही बजानी है, ध्यान रखना। चलो भी चलते हैं नैक्सट सैशन ते। हुण आपां अगे आपां नूं इह गल पता लग गई कि जदों इहो जिहे क्वेश्चन आए तो आपां एवें सॉल्व कर सकते हैं। कर सकते हैं ना? फटाफट दसो। बिल्कुल बिल्कुल। और आ कंसैप्ट समझ आ गया कि थल्ले 9 क्यों आउंदा है? थल्ले 9 क्यों आउंदा है? हाँ जी बिल्कुल। चलो जी हुण अगे चलते हैं आपां। अज दा जिहड़ा अपना लास्ट कंसैप्ट है, ठीक है ना? इत्थों तक तुहानूं सारिआं नूं समझ आ गया कि आवर्ती पेन की हुंदी है ते आवर्ती पेन नूं सरलीकरण किवें करना हुंदा है। हजे मैं तुहानूं सिर्फ सरलीकरण सिखाया, हजे मैं इन्हां नूं जोड़ना नहीं सिखाया। जोड़दे किवें आ इह आपां कल करांगे। हजे जिन्ना तुहानूं समझाया उन्नी गल समझ आएगी सारिआं नूं? बहुत ही वधिया। चलो जी हुण आपां अगे चलदे हां। अगे की हुंदा है तुहानूं ਜਿਹੜੀਆਂ ਭਿੰਨਾਂ ਦਿੱਤੀਆਂ ਹੁੰਦੀਆਂ ਹੈ ਉਹਨਾਂ ਭਿੰਨਾਂ ਦਾ ਐਲਸੀਐਮ ਤੇ ਐਚਸੀਐਫ ਪੁੱਛ ਲੈਂਦਾ ਹੈ। ਜਿਹੜੀਆਂ ਤੁਹਾਨੂੰ ਭਿੰਨਾਂ ਦਿੱਤੀਆਂ ਹੁੰਦੀਆਂ ਨੇ ਉਹਦਾ ਕੀ ਪੁੱਛ ਲੈਂਦਾ ਹੈ? ਐਲਸੀਐਮ ਅਤੇ ਐਚਸੀਐਫ। ਹਾਂਜੀ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਪੁੱਛਿਆ ਸੀਗਾ, ਅੱਜ ਫੇਰ ਪੁੱਛ ਰਿਹਾ। ਜਸਵੀਰ ਕੁਮਾਰ ਇਹਨੂੰ ਇਹਦੇ ਚੋਂ ਘਟਾਵਾਂਗੇ ਤਾਂ 9x ਨਹੀਂ ਬਚੇਗਾ ਕਿ 10x ਚੋਂ x ਜਾਏਗਾ ਤਾਂ ਕੀ ਬਚੇਗਾ? मैं यही तो क्या है, मैं यही तो क्या है इन्हां दोनों नूं डिफरेंस करना है। चलो जी एलसीएम एचसीएफ। एलसीएम मैनूं पता है सारिआं नूं कढना आउंदा है ते एचसीएफ भी। पहला नॉर्मल करते हैं, अज आपां सिर्फ एलसीएम एचसीएफ सीखते हैं, भिन्न वाला भी नहीं कर पावांगे आपां, टाइम बड़ा हो जाएगा। आ देखो मैं लिखिया 5, मैं लिखिया 12, मैं लिखिया 15, मैं लिखिया 20 दा एलसीएम दसो। दसो सारे जने 5 12 15 20 दा एलसीएम दसो सारे जने फटाफट। 5 12 15 20 दा एलसीएम। बहुत वधिया। चलो जी हुण दसो 36 54 72 दा एलसीएम। ये मैं शायद तुहाडे कोलों पुछे होए ना पहला। ठीक है। अच्छा केड़ा केड़ा बच्चा एवें करदा है? केड़ा केड़ा बच्चा एवें करदा है? फटाफट हथ खड़े कर लो। केड़ा बच्चा एवें एवें करदा है? 5 12 15 नूं ऐ लिख के फिर सॉल्व करदा है? फटाफट दसो। जसबीर कुमार ओके।
ਨਵੀਨ ਨਹੀਂ ਕਰਦੇ, ਹਰਦੀਪ ਨਹੀਂ ਕਰਦੇ, ਬਹੁਤ ਵਧੀਆ, ਕਿਉਂਕਿ ਪਹਿਲਾਂ ਮੈਂ ਦੱਸਿਆ ਹੋਇਆ ਹੈ ਕਨਸੈਪਟ ਰੀਜਨਿੰਗ ਦੀ ਕਲਾਸ ਵਿੱਚ। ਆਕਾਸ਼ਦੀਪ ਕਰਦੇ ਨੇ, ਗੁੱਡ। ਓਨਲੀ ਗੇਮਿੰਗ ਕਰਦੇ ਨੇ, ਦੀਪ ਕਰਦੇ ਨੇ, ਕੁਲਵਿੰਦਰ ਬੈਨੀਪਾਲ ਕਰਦੇ ਨੇ, ਯਾਨੀ ਮੈਕਸਿਮਮ ਨੰਬਰ ਆਫ ਸਟੂਡੈਂਟਸ ਐਵੇਂ ਕਰਦੇ ਨੇ, ਹਨਾ। ਚਲੋ ਗਲਤ ਨਹੀਂਗਾ, ਇਹ ਬੇਸਿਕ ਹੈ। ਹਾਂਜੀ ਇਹ ਬੇਸਿਕ ਹੈ, ਇਹ ਬਿਲਕੁਲ ਸਹੀ ਹੈ, ਜਿਹੜਾ ਤੁਸੀਂ ਕਰਦੇ ਹੋ ਬਹੁਤ ਸਹੀ ਹੈ। ਬਟ ਮੈਂ ਮੇਰੀ ਰੀਜ਼ਨਿੰਗ ਦੇ ਕਲਾਸ ਦੇ ਵਿੱਚ ਜਦੋਂ ਮੈਂ ਸੀਰੀਜ਼ ਦਾ ਚੈਪਟਰ ਪੜਾਇਆ ਸੀਗਾ, ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਇੱਕ ਨਿਯਮ, ਕਿ ਜਦੋਂ ਵੀ ਕਿਸੇ ਸੰਖਿਆ ਦਾ ਐਲਸੀਐਮ ਕੱਢਣਾ ਹੋਵੇ, ਜਦੋਂ ਵੀ ਕਿਸੇ ਸੰਖਿਆ ਦਾ ਕੀ ਕੱਢਣਾ ਹੋਵੇ, ਐਲਸੀਐਮ ਕੱਢਣਾ ਹੋਵੇ, ਤਾਂ ਤੁਸੀਂ ਆਪਦਾ ਜਿਹੜਾ ਮਾਈਂਡ ਹੈ ਨਾ ਉਹ ਬਹੁਤ ਹੀ ਸ਼ਾਰਪ ਕਰ ਲਓ। ਸ਼ਾਰਪ ਕਿਵੇਂ ਕਰ ਲਓ, ਆ ਦੇਖੋ, ਸਾਰੇ ਜਣੇ ਦੇਖਿਓ। ਤੁਸੀਂ ਕੀ ਕਰੋ, ਤੁਹਾਨੂੰ ਪਤਾ ਹੈ ਵੀ ਐਲਸੀਐਮ ਕੱਢਣਾ ਹੈ ਨਾ, ਤਾਂ ਆਪਾਂ ਨੂੰ ਪਤਾ ਹੈ ਕਿ 20 ਤੋਂ ਤਾਂ ਵੱਡਾ ਵੱਡਾ ਹੀ ਆਏਗਾ ਜਾਂ 20 ਆਏਗਾ, ਮਤਲਬ ਜਾਂ ਤਾਂ ਵੱਡੀ ਰਕਮ ਆਏਗੀ ਜਾਂ ਵੱਡੀ ਰਕਮ ਤੋਂ ਜ਼ਿਆਦਾ ਵੱਡੀ ਆਏਗੀ, ਛੋਟੀ ਨਹੀਂ ਆ ਸਕਦੀ। ਐਲਸੀਐਮ ਦਾ ਮਤਲਬ ਇਹੀ ਹੁੰਦਾ ਹੈ। ਇਜ਼ ਦੈਟ ਕਲੀਅਰ? ਵੀ ਜਾਂ ਤਾਂ 20 ਆਏਗਾ ਤੇ ਜਾਂ 20 ਤੋਂ ਵੱਡੀ ਆਏਗੀ। ਤੁਸੀਂ ਕੀ ਕਰੋ, ਵੱਡੀ ਰਕਮ ਨੂੰ ਫੜ ਲਓ ਸਭ ਤੋਂ ਪਹਿਲਾਂ ਐਲਸੀਐਮ ਕੱਢਣ ਵਾਸਤੇ। ਐਲਸੀਐਮ ਕੱਢਣ ਵਾਸਤੇ ਸਭ ਤੋਂ ਵੱਡੀ ਰਕਮ ਨੂੰ ਫੜ ਲਓ ਔਰ ਸਭ ਤੋਂ ਵੱਡੀ ਰਕਮ ਦਾ ਪਹਾੜਾ ਪੜਨਾ ਸ਼ੁਰੂ ਕਰ ਦਿਓ। 20 ਏਕਮ 20। ਹੁਣ ਤੁਹਾਨੂੰ ਪਤਾ ਹੈ 20 ਏਕਮ 20 ਹੁੰਦਾ ਹੈ, ਮਤਲਬ 5 ਦਾ ਭਾਗ 20 ਵਿੱਚ ਜਾ ਰਿਹਾ ਹੈ, 15 ਦਾ ਤੇ 20, 15 ਦਾ ਤੇ 12 ਦਾ ਭਾਗ ਤੇ 20 ਵਿੱਚ ਜਾ ਨਹੀਂ ਰਿਹਾ, ਮਤਲਬ ਇਹ ਤਾਂ ਐਲਸੀਐਮ ਨਹੀਂ ਹੈ। 20 ਦੂਣਾ 40, 20 ਦਾ ਪਹਾੜੇ ਪੜਨਾ ਹੈ, 40 ਫੜੋ। 40 ਦੇ ਵਿੱਚ 5 ਦਾ ਜਾ ਰਿਹਾ, 20 ਦਾ ਜਾ ਰਿਹਾ, ਲੇਕਿਨ ਇਹਦਾ ਫੇਰ ਨਹੀਂ ਜਾ ਰਿਹਾ। ਅੱਗੇ ਚੱਲੋ, 20 ਤੀਆ 60, ਬਸ ਸਿਰਫ ਪਹਾੜਾ ਹੀ ਪੜਨਾ ਹੈ। 60 ਜਿਵੇਂ ਫੜਿਆ, ਹੁਣ ਭਾਗ ਦੇ ਕੇ ਦੇਖੋ, 5 ਦਾ 12 ਵਾਰ ਜਾ ਰਿਹਾ ਹੈ, 12 ਦਾ 5 ਵਾਰ ਜਾ ਰਿਹਾ ਹੈ, 15 ਦਾ 4 ਵਾਰ ਜਾ ਰਿਹਾ ਹੈ ਤੇ 20 ਦਾ 3 ਵਾਰ ਜਾ ਰਿਹਾ ਹੈ। ਇਜ਼ ਦੈਟ ਕਲੀਅਰ? ਆਪਣਾ ਐਲਸੀਐਮ ਕੀ ਆ ਗਿਆ? 60 ਆ ਗਿਆ। ਦੱਸੋ ਵੀ, ਆ ਗਈ ਸਮਝ ਵਿੱਚ? ਆ ਗਿਆ ਸਮਝ? ਜੀ। ਹੁਣ ਤੁਸੀਂ ਕਹੋਗੇ ਸਰ ਫੇਰ ਤਾਂ ਇਹਦੇ ਵਿੱਚ ਤਾਂ ਸਰ ਪਹਾੜਾ ਹੀ ਨਹੀਂ ਪੜਿਆ ਜਾਊਗਾ, ਸਾਨੂੰ ਤਾਂ ਪਹਾੜਾ ਹੀ ਨਹੀਂ ਪੜਨਾ ਆਉਂਦਾ, ਸਾਨੂੰ ਤਾਂ ਪਹਾੜਾ ਹੀ ਨਹੀਂ ਪੜਨਾ ਆਉਂਦਾ। ਤੁਸੀਂ ਪਤਾ ਕੀ ਕਰੋ, ਤੁਹਾਨੂੰ ਪਤਾ ਹੈ ਵੀ ਸਾਨੂੰ ਪਹਾੜਾ ਨਹੀਂ ਪੜਨਾ ਆਉਂਦਾ, ਪਰ ਤੁਹਾਨੂੰ ਇਹੋ ਜਿਹਾ ਪਹਾੜਾ ਪਤਾ ਜਿਹਦੇ ਵਿੱਚ ਆ ਰਕਮਾਂ ਸਾਰੀਆਂ ਕੱਟ ਰਹੀਆਂ। ਸਰ 6 ਬਿਲਕੁਲ ਸਰ, 18 ਦੇ ਪਹਾੜੇ ਵਿੱਚ ਵੀ 18 ਦੂਣੀ 36, 18 ਤੀਏ 54 ਤੇ 18 ਚੌਕ 72। ਆ ਗਈ ਗੱਲ ਸਮਝ? ਯਾਨੀ ਇਹਨੂੰ ਮੈਂ ਕਿਹਦੇ ਨਾਲ ਮਲਟੀਪਲਾਈ ਕਰਤਾ? 18 ਦੇ ਨਾਲ। ਕਿਹਦੇ ਨਾਲ ਕਰਤਾ? 18 ਦੇ ਨਾਲ ਮਲਟੀਪਲਾਈ ਕਰਤਾ। ਇਜ਼ ਦੈਟ ਕਲੀਅਰ? ਹੁਣ 18 ਦੇ ਨਾਲ ਮਲਟੀਪਲਾਈ ਕਰਤਾ, ਮੈਨੂੰ ਇੰਨੀ ਗੱਲ ਪਤਾ ਲੱਗ ਗਈ ਵੀ 36 54 72 ਤਾਂ ਬਹੁਤ ਵੱਡੀ ਰਕਮ ਸੀ, ਮੈਨੂੰ ਨਹੀਂ ਪਹਾੜਾ ਆਉਂਦਾ, ਤੇ ਮੈਂ ਇਹਨੂੰ ਅੱਧਾ ਕਰ ਲੈਣਾ ਪਹਾੜਾ ਪੜ ਕੇ ਆਪਦੀ ਹਿਸਾਬ ਨਾਲ ਵੀ ਇਹ 18 ਦੇ ਪਹਾੜੇ 'ਚ ਕੱਟ ਰਿਹਾ ਹੈ। ਮੈਂ 18 ਦੇ ਪਹਾੜੇ ਨਾਲ ਕੱਟੂੰਗਾ ਤੇ ਮੈਨੂੰ ਹੁਣ 2 3 ਤੇ 4 ਦਾ ਹੀ ਐਲਸੀਐਮ ਕੱਢਣਾ ਹੈ ਨਾ। ਚਲੋ 2 3 4 ਦਾ ਜੇ ਐਲਸੀਐਮ ਕੱਢੂੰਗਾ ਤਾਂ ਵੱਡੀ ਰਕਮ 4 ਹੈ। 4 ਏਕਮ 4, ਨਹੀਂ ਜੀ 3 ਦਾ ਭਾਗ ਨਹੀਂ ਜਾ ਰਿਹਾ। 4 ਦੂਣੀ 8, ਨਹੀਂ ਜੀ 3 ਦਾ ਭਾਗ ਨਹੀਂ ਜਾ ਰਿਹਾ। 4 ਤੀਏ 12, ਹਾਂਜੀ ਜਾ ਰਿਹਾ ਹੈ ਜੀ, 2 ਦਾ ਵੀ ਜਾ ਰਿਹਾ, 3 ਦਾ ਵੀ ਜਾ ਰਿਹਾ, 4 ਦਾ ਵੀ ਜਾ ਰਿਹਾ ਹੈ। ਦੈਟ ਇਜ਼ ਐਲਸੀਐਮ। ਬਟ ਇਹ ਜਿਹੜਾ ਐਲਸੀਐਮ ਹੈ ਇਹ ਕਿਹਦਾ ਐਲਸੀਐਮ ਹੈ? 2 3 ਤੇ 4 ਦਾ। ਸਾਨੂੰ ਚਾਹੀਦਾ ਹੈ 36 54 72 ਦਾ। ਇਸ 18 ਦੇ ਨਾਲ ਇਹਨੂੰ ਮਲਟੀਪਲਾਈ ਕਰ ਦਿਓ। ਕਿਉਂ? ਕਿਉਂਕਿ ਤੁਸੀਂ 18 ਦੇ ਨਾਲ ਇਹਨੂੰ ਡਿਵਾਈਡ ਹੀ ਤਾਂ ਕੀਤਾ ਸੀ, ਹੁਣ ਮਲਟੀਪਲਾਈ ਕਰ ਦਿਓ। ਕਿੰਨਾ ਆਏਗਾ? 216। ਦੈਟ ਇਜ਼ ਆਨਸਰ। ਇਹ ਪੇਪਰ ਦੇ ਵਿੱਚ ਕੰਮ ਆਉਣਗੀਆਂ ਚੀਜ਼ਾਂ, ਇਹ ਪੇਪਰ ਦੇ ਵਿੱਚ ਕੰਮ ਆਉਣਗੀਆਂ। ਫਟਾਫਟ ਦੱਸੋ ਵੀ ਸਾਰੇ ਜਣਿਆਂ ਨੂੰ ਕਲੀਅਰ ਹੋ ਗਿਆ?
बहुत वधिया भी। कुलविंदर बेनीपाल, बहुत क्लियर हो गया। ਇਹ ਤਰੀਕਾ ਹੁੰਦਾ ਹੈ ਐਲਸੀਐਮ ਕੱਢਣ ਦਾ, ਕਿਉਂਕਿ ਜਦੋਂ ਆਪਾਂ ਭਿੰਨਾਂ ਦਾ ਐਲਸੀਐਮ ਕੱਢਾਂਗੇ ਨਾ ਉੱਥੇ ਵੀ ਇਹੀ ਚੀਜ਼ ਆਪਾਂ ਨੂੰ ਕਰਨੀ ਪਏਗੀ, ਇਸ ਕਰਕੇ ਧਿਆਨ ਰੱਖਣਾ। ਹੁਣ ਤੁਸੀਂ ਕਹਿੰਦੇ ਹੋ ਸਰ 6 ਕਿਉਂ ਲਿੱਤਾ? 6 ਮੈਂ ਕਿੱਥੇ ਲਿੱਤਾ ਬਈ? ਜੋਤ ਬਿਸ਼ਨੋਈ 6 ਮੈਂ ਕਿੱਥੇ ਲਿੱਤਾ? ਮੈਂ ਤਾਂ ਇੱਕ ਦਿਮਾਗ ਲਾਇਆ ਵੀ ਮੈਂ 18 ਦੇ ਵਿੱਚ ਇਹਦਾ ਭਾਗ ਦਊਂਗਾ ਤਾਂ ਮੇਰੇ ਕੋਲੇ 2 3 4 ਆਏਗਾ ਕਿ ਨਹੀਂ ਆਏਗਾ? 6 ਦਾ ਭਾਗ ਦੇ ਕੇ ਦੇਖ ਲਓ ਤਾਂ ਵੀ ਜਾਏਗਾ, ਬਟ ਮੈਨੂੰ ਪਤਾ ਹੈ ਵੀ ਹਾਂ ਇਹ ਬਾਹਲਾ ਹੀ ਛੋਟਾ ਕਰ ਦੂਗਾ ਕੁਐਸਚਨ ਨੂੰ। ਬਹੁਤ ਵਧੀਆ ਮਨੀ ਸਿੰਘ। ਜੋਤ ਬਿਸ਼ਨੋਈ ਜੀ 6 ਵੀ ਲੈ ਸਕਦੇ ਆ। ਆ ਦੇਖੋ ਤੁਹਾਨੂੰ ਮੈਂ 6 ਲੈ ਕੇ ਵੀ ਦਿਖਾ ਦਿੰਨਾ। ਦੇਖੋ ਆ ਲਓ, ਇਹ ਤਾਂ ਤੁਹਾਡੇ ਦਿਮਾਗ ਦੀ ਉਪਜ ਹੈ ਕਿ ਜਿੰਨਾ ਵੱਡੀ ਰਕਮ ਨਾਲ ਕੱਟੂਗੇ ਓਨਾ ਹੀ ਕੁਐਸਚਨ ਈਜ਼ੀ ਹੋ ਜਾਏਗਾ, ਜਿਹਦਾ ਪਹਾੜਾ ਤੁਹਾਨੂੰ ਆਉਂਦਾ ਹੋਵੇਗਾ। ਬਸ ਇੰਨੀ ਗੱਲ ਹੋਣੀ ਚਾਹੀਦੀ ਹੈ। ਆ ਦੇਖੋ ਮੈਂ 6 ਦੇ ਨਾਲ ਕੱਟ ਦੇਣਾ। ਛਿਕਮ ਛਿਕਮ 36, 6 ਨਿਮ 54 ਤੇ 6 ਕਿੰਨੇ ਤੇ ਗਿਆ? 6 ਜਾਏਗਾ 12 ਛਿਕ 72। ਹੁਣ ਤੁਹਾਨੂੰ 6 9 ਤੇ 12 ਦਾ ਐਲਸੀਐਮ ਲੈਣਾ ਹੈ। ਲਓ ਤੁਸੀਂ ਪੜੋਗੇ 12 ਦਾ ਪਹਾੜਾ, 12 ਏਕਮ 12, 12 दूना 24, 12 ਤੀਏ 36। ਆ ਲਓ ਜੀ, ਕਿਉਂਕਿ 36 ਦੇ ਵਿੱਚ 6 ਦਾ ਵੀ ਜਾ ਰਿਹਾ ਹੈ, 9 ਦਾ ਵੀ ਜਾ ਰਿਹਾ ਹੈ ਤੇ 12 ਦਾ ਵੀ ਜਾ ਰਿਹਾ ਹੈ ਨਾ। ਆਪਾਂ ਨੂੰ ਪਤਾ ਲੱਗ ਗਿਆ ਵੀ ਇਸ ਸੰਖਿਆ ਦਾ ਐਲਸੀਐਮ 36 ਆਏਗਾ। ਹੁਣ ਤੁਹਾਨੂੰ ਪਤਾ ਹੈ ਕਿ ਮੈਂ ਇਸ ਰਕਮ ਨੂੰ ਕਿਹਦੇ ਨਾਲ ਕੱਟਿਆ ਸੀ? 6 ਨਾਲ। ਆ ਲਓ ਜੀ। ਜੋਤ ਬਿਸ਼ਨੋਈ ਜੀ ਸੁਨੈਨਾ ਜੀ, ਮੈਂ ਵੈਸੇ ਮਨੀ ਸਿੰਘ ਦੀ ਗੱਲ ਸਮਝ ਗਿਆ। ਉਹਨਾਂ ਨੇ ਕਿਹਾ ਜੋਬ ਲੱਗੇ ਬਾਅਦ ਪਾਰਟੀ ਕਿੱਥੇ ਲੈਣੀ। ਠੀਕ ਹੈ ਨਾ, ਉਹ ਬੀਡੀ ਦਾ ਮਤਲਬ ਬਰਥਡੇ ਨਹੀਂ, ਬਾਅਦ ਹੈ, ਸ਼ਾਰਟ ਫਾਰਮ ਦੇਤੀ ਇਹਨਾਂ ਨੇ। ਨਹੀਂ ਓਨਲੀ ਗੇਮਿੰਗ ਜੀ, ਰੀਜ਼ਨਿੰਗ ਦੀ ਕਲਾਸ ਫ੍ਰੀ ਨਹੀਂ ਹੈ, ਉਹ ਤੁਸੀਂ ਹਾਈ ਅਥਾਰਟੀ ਨਾਲ ਗੱਲ ਕਰ ਲਓ। ਠੀਕ ਹੈ ਨਾ। ਚਲੋ ਵੀ ਐਲਸੀਐਮ ਸਾਰਿਆਂ ਨੂੰ ਸਮਝ ਆ ਗਿਆ ਤਾਂ ਚਲਿਏ ਐਚਸੀਐਫ ਵੱਲ। ਚਲੋ ਫਿਰ ਹੁਣ ਦੇਖੋ ਸਾਰੇ ਜਣੇ, ਜੇ ਆਪਾਂ ਨੂੰ ਪੁੱਛ ਲਿਆ 5 12 15 20 ਦਾ ਐਚਸੀਐਫ ਦੱਸੋ। 5 12 15 20 ਦਾ ਐਚਸੀਐਫ ਦੱਸੋ। ਤਾਂ ਸਾਰੇ ਜਣੇ ਪਤਾ ਕੀ ਕਰਦੇ ਆ? ਕਈ ਜਣੇ ਐਵੇਂ ਕਰਦੇ ਆ, 5 ਨੂੰ ਅੱਡ ਕੀਤਾ, 12 ਨੂੰ ਫਿਰ ਅੱਡ ਕੀਤਾ, 15 ਨੂੰ ਫੇਰ ਅੱਡ ਕੀਤਾ ਤੇ 20 ਨੂੰ ਫੇਰ ਅੱਡ ਕੀਤਾ। ਉਸ ਤੋਂ ਬਾਅਦ ਸਾਰਿਆਂ ਵਿੱਚ ਜਿਹੜਾ ਕਾਮਨ ਹੁੰਦਾ ਹੈ ਉਹ ਆਪਣਾ ਆਨਸਰ ਹੁੰਦਾ ਹੈ ਨਾ। ਆਪਾਂ ਐਵੇਂ ਹੀ ਕਰਦੇ ਆ। ਯੈਸ ਔਰ ਨੋ? ਯੈਸ ਔਰ ਨੋ? ਬਿਲਕੁਲ। ਤੇ 5 12 15 ਤੇ 20 ਦਾ ਜਿਹੜਾ ਐਚਸੀਐਫ ਕੱਢਣਾ ਹੋਊਗਾ ਨਾ, ਪਤਾ ਕੀ ਕਰੋ ਤੁਸੀਂ? ਸਿਰਫ ਔਰ ਸਿਰਫ ਆਹ ਚੀਜ਼ ਫੜੋ ਲਾਸਟ ਵਾਲੀ, ਕਿਉਂਕਿ ਦੇਖੋ ਐਲਸੀਐਮ ਦੇ ਵਿੱਚ ਆਪਾਂ ਨੂੰ ਪਤਾ ਸੀ ਜਾਂ ਤਾਂ ਆ ਸਕਦੀ ਹੈ ਵੱਡੀ ਸੰਖਿਆ ਤੇ ਜਾਂ ਵੱਡੀ ਤੋਂ ਵੱਡੀ ਤੇ ਐਚਸੀਐਫ ਦੇ ਵਿੱਚ ਜਾਂ ਤਾਂ ਆ ਸਕਦੀ ਹੈ ਸਭ ਤੋਂ ਛੋਟੀ ਤੇ ਜਾਂ ਆ ਸਕਦੀ ਹੈ ਛੋਟੀ ਤੋਂ ਛੋਟੀ। ਕਲੀਅਰ? ਯਾਨੀ 5 ਤੋਂ ਵੀ ਛੋਟੀ, 4 3 2 1। ਬਸ ਹੁਣ ਦੇਖੋ 5 ਦਾ ਭਾਗ ਇਹਨਾਂ ਵਿੱਚ ਜਾ ਰਿਹਾ ਸਾਰਿਆਂ ਵਿੱਚ? ਨਹੀਂ ਸਰ, 12 ਵਿੱਚ ਨਹੀਂ ਜਾ ਰਿਹਾ। 4 ਦਾ ਭਾਗ ਨਹੀਂ ਜਾ ਰਿਹਾ, 3 ਦਾ ਭਾਗ ਨਹੀਂ ਜਾ ਰਿਹਾ, 2 ਦਾ ਭਾਗ ਨਹੀਂ ਜਾ ਰਿਹਾ, 1 ਦਾ ਭਾਗ ਜਾ ਰਿਹਾ ਜੀ। ਗੱਲ ਖਤਮ। तो दैट इज HCF। आ गई गल समझ? HCF ਕੱਢਣ ਦਾ ਤਰੀਕਾ ਵੀ ਸਮਝ ਆ ਗਿਆ ਕਿ ਤੁਹਾਨੂੰ ਕੀ ਕਰਨਾ ਹੈ। ਜੇ LCM ਹੈ ਤਾਂ ਵੱਡੀ ਸੰਖਿਆ ਹੋ ਸਕਦੀ ਹੈ, ਔਰ ਵੱਡੀ ਤਾਂ ਪਹਾੜਾ ਪੜ ਲਓ ਬਸ ਅੱਗੇ, ਜੇ ਵੱਡੀ ਨਹੀਂ ਤਾਂ। ਨੇਹਾ ਨੂੰ ਨਹੀਂ ਸਮਝ ਆਇਆ। ਨੇਹਾ ਜੀ ਦੇਖੋ, ਮੈਨੂੰ ਲੱਗਦਾ ਤੁਸੀਂ ਆਏ ਹੁਣੇ ਹੋ, ਮੈਨੂੰ ਤਾਂ ਲੱਗਦਾ ਹੈ। ਨੇਹਾ ਜੀ ਕੀ ਤੁਸੀਂ ਹੁਣੇ ਆਏ ਹੋ ਕਲਾਸ ਵਿੱਚ? ਨੇਹਾ
नेहा जी की तुसी हुणे ही क्लास च आए हो? चलो भी दस नहीं रहे, चलो ठीक है जी। तुसी बस इन्नी जी गल याद रखनी है। यस सर। तो नेहा जी तुसी ध्यान रखियो, एक बार वीडियो रिपीट करो, मैं सारा कुछ दसता कि एलसीएम किवें कढ़ना है तो एचसीएफ किवें कढ़ना है, ठीक है ना। देखो रिपीट दस रहा, एलसीएम जदों भी कढ़ना होएगा तो तुसी सब तो वड्डी संख्या नूं फड़ लो और वड्डी संख्या दे विच इन्हां संख्या का भाग दे के देखो। क्लीयर? जे इन्हां संख्या का भाग दे के देखोगे, जे तो चला गया फिर तो उही एलसीएम है, नहीं गया तो तुसी 20 का पहाड़ा पढ़ो, वो पहाड़ा जिथों तक भी जा रहा है और सारी संख्या इन्हों कट रही है, वो एलसीएम होएगा। जेड़ा एचसीएफ होंदा है, एचसीएफ दे विच सब तो छोटी संख्या फड़ लो, छोटी जिहड़ी संख्या है उस छोटी संख्या का भाग इन्हां सारी संख्या विच दो, जे चला गया तो मतलब वो एचसीएफ है, जे नहीं गया तो 5 तो छोटी की है 4, 4 का दे के देखो, 3 का दे के देखो, 2 का दे के देखो, 1 का। हुण तुसीं कहोगे सर अच्छा अच्छा ओके ओके ठीक है, फिर पूरा लिखिया करो भी नेहा, एवें दूजे नूं कन्फ्यूजिंग हो जाती है भी तुसीं किहदी गल दस रहे हो। अगे चलो, 36 54 72 का एचसीएफ कढ़ना आपां नूं पता है सब तो छोटी रकम की है 36, आपां नूं पता है 36 दूना 72 लेकिन 54 नहीं होता। हुण इहदा मतलब है 35 भी नहीं आ सकता, सिंपल दा लॉजिक 34 33 32 कोई नहीं आ सकता, क्योंकि 54 का भाग जिहड़ा है वो आपां नूं पता है भी 54 का भाग जां तां जांदा है 27 दे विच, यस या नो, जां जांदा है 18 दे विच, यस या नो। तो आ देखो हुण 36 दे जा रहा है 34, एवें करते करते तुसीं जाओगे 27 ते, सर 27 का भाग सिर्फ इहदे विच जा रहा है, बाकी किसी विच नहीं जा रहा। एवें करते करते आऊँगे 18 ते, 18 दूनी 36, 18 तीय 54, 18 चौक 72, इहदा मतलब एचसीएफ की आएगा 18। बहुत वधिया भी। ਅੱਜ ਦਾ ਜਿਹੜਾ ਸੈਸ਼ਨ ਹੈ ਆਪਣਾ ਆਪਾਂ ਇੱਥੇ ਹੀ ਖਤਮ ਕਰਦੇ ਹਾਂ, ਕੱਲ ਮਿਲਦੇ ਹਾਂ ਇੱਕ ਨਵੇਂ ਸੈਸ਼ਨ ਦੇ ਵਿੱਚ। ਉਦੋਂ ਤੱਕ ਲਈ ਸਾਰਿਆਂ ਨੂੰ ਰੱਬ ਰਾਖਾ, ਸਤਿ ਸ਼੍ਰੀ ਅਕਾਲ। ਮੇਰਾ ਗਲਾ ਥੋੜਾ ਜਿਹਾ ਬਹੁਤ ਜ਼ਿਆਦਾ ਖਰਾਬ ਹੈ ਵੈਸੇ ਤੁਹਾਨੂੰ ਦੱਸਾਂ, ਕਿਉਂਕਿ ਮੈਨੂੰ ਪਤਾ ਹੈ ਸੰਡੇ ਆਉਣ ਵਾਲਾ ਹੈ ਤੇ ਛੁੱਟੀ ਹੈ, ਉਸ ਦਿਨ ਆਪਾਂ ਸਹੀ ਕਰ ਲਾਂਗੇ। ਹਾਂਜੀ ਗਾਇਜ਼, ਤਾਂ ਦੱਸੋ ਵੀ ਸਾਰੇ ਜਣੇ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਸੈਸ਼ਨ, ਔਰ ਫ੍ਰੈਕਸ਼ਨ ਦੇ ਬਾਰੇ ਤੁਹਾਨੂੰ ਨੌਲੇਜ ਮਿਲੀ ਕਿ ਨਹੀਂ ਮਿਲੀ, ਕਿਉਂਕਿ ਫ੍ਰੈਕਸ਼ਨ ਜਿਹਨੂੰ ਸਮਝ ਆ ਗਈ ਉਹ ਮੈਥ ਦਾ 60% ਪਾਰਟ ਆਰਾਮ ਨਾਲ ਕਰ ਲੇਗਾ, ਇਹ ਮੇਰਾ ਵਾਅਦਾ ਹੈ। बिल्कुल मम्मी सिंह, मन्नी सिंह, थैंक यू हरदीप जी, थैंक यू नवीन, थैंक यू, थैंक यू। ओनली गेमिंग बहुत वधिया, थैंक यू भाई, थैंक यू जसबीर, सुखजीत, वेरी गुड, बहुत वधिया, ओके थैंक यू सुनैना। देखो भी ਤੁਹਾਨੂੰ ਜੇ ਵਧੀਆ ਲੱਗ ਰਿਹਾ ਹੈ, ਦੇਖੋ ਤੁਸੀਂ ਦੇਖਿਆ ਹੋਊਗਾ ਇਸ ਵਿੱਚ ਸਭ ਤੋਂ ਪਹਿਲੇ ਦਿਨ 80 ਜਣੇ ਆਏ ਸੀ, ਹੈ ਨਾ, ਬਟ ਮੈਨੂੰ ਪਤਾ ਸੀਗਾ ਉਹ 80 ਜਣਾਂ ਚੋਂ ਪੜ੍ਹਨ ਵਾਲੇ ਸਟੂਡੈਂਟ ਮੈਨੂੰ ਪਤਾ ਸੀਗਾ ਲਾਸਟ ਵਿੱਚ 30 40 ਬਚਣਗੇ, ਔਰ ਉਹੀ ਹੋਇਆ ਕਿ ਜਿਹੜੇ ਰਿਐਲਿਟੀ 'ਚ ਪੜ੍ਹਨਾ ਚਾਹੁੰਦੇ ਨੇ, ਜਿਨ੍ਹਾਂ ਨੂੰ ਕੁਝ ਚਾਹੀਦਾ ਹੈ, ਉਹ ਵਾਕਈ 30 40 ਦੇ ਬਰਾਬਰ ਹੀ ਹੋਣਗੇ, ਮੈਨੂੰ ਪਤਾ ਸੀਗਾ। ਬਟ ਤੁਸੀਂ ਬਾਕੀ ਬੱਚਿਆਂ ਨੂੰ ਵੀ ਦੱਸੋ, ਜਿਹੜੇ ਬੱਚੇ ਕਲਾਸ ਲਾਉਣਾ ਚਾਹੁੰਦੇ ਨੇ ਉਹਨਾਂ ਨੂੰ ਦੱਸੋ ਵੀ ਕਲਾਸ ਲੱਗ ਰਹੀ ਹੈ, ਫ੍ਰੀ ਆਫ ਕੋਸਟ ਲਾ ਕੇ ਦੇਖੋ, ਠੀਕ ਹੈ ਨਾ। ਓਕੇ ਥੈਂਕ ਯੂ ਆਲ ਆਫ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਸੋ ਮੈਂ ਵੀ ਧੰਨਵਾਦ ਕਰਦਾ ਕਿ ਪੰਜਾਬ ਸਟੱਡੀ ਗਰੁੱਪ ਦਾ, ਜਿਨ੍ਹਾਂ ਨੇ ਮੈਨੂੰ ਵੀ ਪਲੇਟਫਾਰਮ 'ਤੇ ਉਤਰਨ ਦਾ ਮੌਕਾ ਦਿੱਤਾ, ਨਹੀਂ ਤਾਂ ਮੈਂ ਰਾਜਸਥਾਨ ਦੇ ਵਿੱਚ ਹੀ ਰਾਜਸਥਾਨ ਵਰਗਾ ਹੀ ਰਹਿ ਜਾਣਾ ਸੀ। ਪੰਜਾਬੀਆਂ ਵਰਗਾ ਵੀ ਹੋਣਾ ਚਾਹੀਦਾ, ਇੱਕ ਜਿਹੜਾ ਪੰਜਾਬੀ ਬੰਦਾ ਹੈ ਉਹਨੂੰ ਪੰਜਾਬੀਆਂ ਵਰਗਾ ਵੀ ਹੋਣਾ ਚਾਹੀਦਾ ਹੈ ਨਾ। ਬਿਲਕੁਲ ਬਹੁਤ ਵਧੀਆ। ਸੋ ਟੇਕ ਕੇਅਰ ਆਲ ਆਫ ਯੂ, ਥੈਂਕ ਯੂ।
मनी सिंह जी, ਇਹ ਤੁਸੀਂ ਕੀ ਕਹਿਤਾ? I am already married. ओके, आ देखो ਤੁਹਾਨੂੰ ਇੱਕ ਚੀਜ਼ ਦਿਖਾਉਣਾ ਮੈਂ। एक छोटा सा बेबी है, मेरी बच्ची है। ठीक है, ओके, ठीक है, ओके, ऑल ऑफ यू, थैंक यू। थैंक यू जी, थैंक यू।